ਹੁੰਦੇ ਹਾਂ TRP ਦੀ ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਵਿਦ TV ਪੰਜਾਬੀ ਦੁਨੀਆ, ਆਪਣੀ ਬੋਲੀ। ਤੁਸੀਂ ਵੇਖ ਰਹੇ ਹੋ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ ਜੀ। ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਜਗੀਰ ਸਿੰਘ ਕਾਲੂ ਹੋਰੀ। ਅਸੀਂ ਦੋਨੋਂ ਮਿਲ ਕੇ ਕੁਝ ਖਬਰਾਂ ਤੇ ਕਰਾਂਗੇ ਚਰਚਾ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ। ਬਹੁਤ ਮਿਹਰਬਾਨੀ ਜੀ, ਤੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲੀ ਖਬਰ ਆਪਾਂ ਪ੍ਰੋਫੈਸਰ ਸਾਹਿਬ ਇਹ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਕਾਫੀ ਬਿਮਾਰ ਚੱਲ ਰਹੇ ਆ ਔਰ ਹਸਪੀਟਲ 'ਚ ਤਰ੍ਹਾਂ ਦੀਆਂ ਵੈਸੇ ਖਬਰਾਂ ਉਹਨਾਂ ਬਾਰੇ ਆ ਰਹੀਆਂ ਨੇ, ਪਰ ਉਹਨਾਂ ਦੀ ਹਾਲਤ ਕ੍ਰਿਟੀਕਲ ਹੈ। ਡਾਕਟਰ ਪਹਿਲਾਂ ਬਿਆਨ ਇਹ ਆ ਰਿਹਾ ਕਿ ਸਟੇਬਲ ਹਾਲਤ ਹੈ, ਪਰ ਉਹਨਾਂ ਦੀ ਹਾਲਤ ਬਹੁਤੀ ਚੰਗੀ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ। ਦੁਨੀਆ ਭਰ ਵਿੱਚ ਉਹਨਾਂ ਦੇ ਚਾਹੁਣ ਵਾਲੇ ਉਹਨਾਂ ਦੀ ਸਿਹਤਯਾਬੀ ਲਈ ਦੁਆ ਕਰ ਰਹੇ ਆ। ਬਹੁਤ ਵੱਡਾ ਨਾਂ ਜੀ ਸਰਦਾਰ ਮਨਮੋਹਨ ਸਿੰਘ ਹੋਰਾਂ ਦਾ, ਦੁਨੀਆ ਭਰ 'ਚ ਉਹਨਾਂ ਦਾ ਸਿੱਕਾ ਮਨਾਇਆ ਸੀ ਉਹਨਾਂ ਨੇ ਆਪਣੀ ਲਿਆਕਤ ਦਾ। ਇੱਕ ਸਧਾਰਨ ਘਰ 'ਚੋਂ ਉੱਠ ਕੇ ਗਰੀਬੀ 'ਚੋਂ ਲੰਘਦੇ ਹੋਏ ਤੇ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਫਿਰ ਇੱਕ ਵਿਖਿਆਤ ਅਰਥ ਸ਼ਾਸਤਰੀ ਵਜੋਂ ਉਹਨਾਂ ਦਾ ਜ਼ਿਕਰ ਹੈ। ਸਿਆਸਤ ਭਾਵੇਂ ਉਹਨਾਂ ਨੇ ਸਿਆਸਤ 'ਚ ਰਹੇ ਨੇ, ਪਰ ਸਿਆਸਤ ਪੇਸ਼ੇ ਵਾਂਗੂ ਨਹੀਂ ਕੀਤੀ। ਸਿਆਸਤ ਉਹਨਾਂ ਨੇ ਕੀਤੀ ਜ਼ਰੂਰ, ਪਰ ਬਹੁਤ ਇੱਕ ਸੰਜਮ ਨਾਲ, ਇੱਕ ਐਸੇ ਤਰੀਕੇ ਨਾਲ ਕਿ ਜਿਹੜੀ ਉਹ ਯਾਦਦਾਸ਼ਤ ਉਹਨਾਂ ਦੀ ਸਮੇਂ ਦੀ ਹਮੇਸ਼ਾ ਰਹੇਗੀ ਜੀ। ਅਸੀਂ ਕੱਲ ਵੀ ਗਿੱਲ ਸਾਹਿਬ ਇਹ ਅਰਦਾਸ ਕੀਤੀ ਸੀਗੀ, ਸ਼ੁਭ ਇਛਾਵਾਂ ਭੇਜੀਆਂ ਸੀਗੀਆਂ ਕਿ ਉਹਨਾਂ ਦੀ ਸਿਹਤਯਾਬੀ ਲਈ ਅਸੀਂ ਫਿਰ ਦੁਆ ਕਰਦੇ ਹਾਂ। ਔਰ ਇਹ ਵਾਕਿਆ ਤੁਹਾਡੀ ਗੱਲ ਠੀਕ ਹੈਗੀ ਆ ਕਿ ਪਾਕਿਸਤਾਨ ਦੇ ਵਿੱਚ ਰਹਿ ਗਿਆ ਜਿਹੜਾ ਇਲਾਕਾ ਸਾਡਾ ਘਾਹ ਪਿੰਡ ਸੀਗਾ ਉਹਨਾਂ ਦਾ, ਪੰਜਾਬ ਦੇ ਵਿੱਚ, ਲਹਿੰਦੇ ਪੰਜਾਬ ਦੇ ਵਿੱਚ, ਔਰ ਉੱਥੋਂ ਦੇਖ ਲਓ ਉਜੜ ਕੇ ਆਏ। ਫਿਰ ਗਵਰਨਮੈਂਟ ਕਾਲਜ ਹੁਸ਼ਿਆਰਪੁਰ, ਉਦੋਂ ਯੂਨੀਵਰਸਿਟੀ ਹੁੰਦੀ ਸੀਗੀ, ਉੱਥੇ ਪੜ੍ਹੇ, ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਾਇਆ ਔਰ ਇੱਕ ਅਰਥ ਸ਼ਾਸਤਰੀ ਦੇ ਤੌਰ ਦੇ ਉੱਤੇ ਦੁਨੀਆ ਭਰ ਦੇ ਜਿਹੜੇ ਅਦਾਰੇ ਹੈਗੇ ਆ, ਜਿਹੜਾ IMF ਵਗੈਰਾ ਉਹਨਾਂ ਦੇ ਵਿੱਚ ਰਹੇ, ਰਿਜ਼ਰਵ ਬੈਂਕ ਦੇ ਗਵਰਨਰ ਵੀ ਰਹੇ। ਤੇ ਸਭ ਤੋਂ ਵੱਡੀ ਗੱਲ ਇਹ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਕੋਈ ਐਸਾ ਕੰਮ ਨਹੀਂ ਕੀਤਾ ਜਿਹਦੇ ਨਾਲ ਉਹਨਾਂ ਦੀ ਜਿਹੜੀ ਚਿੱਟੀ ਚਾਦਰ ਹੈ ਉਹਨਾਂ ਦੀ ਸ਼ਖਸੀਅਤ ਦੀ, ਉਹਦੇ ਉੱਤੇ ਕਿਸੇ ਕਿਸਮ ਦਾ ਵੀ ਛੋਟਾ ਮੋਟਾ ਕੋਈ ਦਾਗ ਲੱਗਿਆ ਹੋਵੇ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਉਹ ਪਾਰਲੀਮੈਂਟ ਦੀ ਚੋਣ ਲੜੇ ਸੀਗੇ ਦਿੱਲੀ ਤੋਂ, ਤਾਂ ਉਹਨਾਂ ਨੂੰ ਬੜੀਆਂ ਸਲਾਹਾਂ ਦਿੱਤੀਆਂ ਗਈਆਂ ਕਿ ਜੋ ਕਾਰਸਤਾਨੀਆਂ ਚੋਣਾਂ ਦੇ ਵਿੱਚ ਕੀਤੀਆਂ ਜਾਂਦੀਆਂ ਤੇ ਉਹ ਵੀ ਕਰਨ। ਉਹਨਾਂ ਕਾਰਸਤਾਨੀਆਂ ਦੀ ਡਿਟੇਲ ਦੇਣ ਦੀ ਲੋੜ ਨਹੀਂ ਹੈ, ਸਾਡੇ ਦਰਸ਼ਕ ਵੀ ਜਿਹੜੇ ਆ ਉਹ ਜਾਣਦੇ ਆ। ਤੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕਿਹਾ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ ਤੇ ਮੈਨੂੰ ਹਾਰਨਾ ਮਨਜ਼ੂਰ ਆ, ਪਰ ਮੈਂ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕਰ ਸਕਦਾ। ਸੋ ਇਸ ਕਿਸਮ ਦੇ ਜਿਹੜੀ ਇਸ ਕਿਸਮ ਦੀ ਸ਼ਖਸੀਅਤ ਵਾਲੇ, ਇੰਨੀ ਕਮਿਟਮੈਂਟ ਵਾਲੇ ਸਾਡੇ ਮਾਣਯੋਗ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਉਹਨਾਂ ਦੀ ਸਿਹਤਯਾਬੀ ਲਈ ਅਸੀਂ ਦੁਨੀਆ ਭਰ ਦੇ ਲੋਕਾਂ ਵੱਲੋਂ ਕੀਤੀਆਂ ਦੁਆਵਾਂ ਦੇ ਵਿੱਚ ਆਪਣੇ ਪੰਜਾਬੀ ਦੁਨੀਆ ਵੱਲੋਂ ਵੀ ਸ਼ਾਮਲ ਹੁੰਦੇ ਆ ਜੀ। ਬਿਲਕੁਲ। ਔਰ ਉਹਨਾਂ ਨੇ ਵੀ ਕਦੀ ਇਸ ਤਰ੍ਹਾਂ ਆ ਕਿ ਮੌਕਾ ਮਿਲ ਇੱਦਾਂ ਦਾ ਬਣ ਜਾਂਦਾ ਰਿਹਾ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਵਜੋਂ ਇਹਨਾਂ ਅਹੁਦਿਆਂ ਦੇ ਉੱਤੇ ਭੇਜ ਦਿੱਤਾ ਜਾਂਦਾ ਰਿਹਾ। ਭਾਰਤ ਦੀ ਇੱਕ ਲੋੜ ਸੀਗੀ ਉਸ ਸਮੇਂ 1991 'ਚ, ਜੋ ਨਰਸਿਮਹਾ ਰਾਓ ਹੋਰਾਂ ਨੇ ਉਹਨਾਂ ਨੂੰ ਆਪਣਾ ਬਣਾਇਆ ਸੀਗਾ ਮੰਤਰੀ ਫਾਈਨੈਂਸ ਦਾ ਮਹਿਕਮਾ ਉਹਨਾਂ ਨੂੰ ਦਿੱਤਾ, ਔਰ ਭਾਰਤ ਉਦੋਂ ਡੂੰਘੇ ਆਰਥਿਕ ਸੰਕਟ ਵਿੱਚ ਸੀਗਾ। ਤੇ ਜਿਹੜੀਆਂ ਉਦਾਰਵਾਦੀ ਨੀਤੀਆਂ ਨੇ ਉਹਨਾਂ ਦੀ, ਜਿਹੜਾ ਮੌਜੂਦਾ ਭਾਰਤ ਦਾ ਚੱਲ ਰਿਹਾ ਸਿਸਟਮ ਹੈ, ਉਹਦੇ ਉਹ ਅਸਲ ਦੇ ਵਿੱਚ ਉਹਨੂੰ ਘੜਨ ਵਾਲਿਆਂ ਦੇ ਵਿੱਚ ਨੇ। ਔਰ ਉਹਨਾਂ ਦੇ ਉੱਤੇ ਕਈ ਵਾਰ ਆਪਾਂ ਲੋਕ ਵੀ ਕ੍ਰਿਟੀਸਾਈਜ਼ ਕਰਦੇ ਹਾਂ ਕਿ ਉਹਨਾਂ ਨੇ ਜਿਹੜੀਆਂ IMF ਤੇ ਵਰਲਡ ਬੈਂਕ ਦੀਆਂ ਨੀਤੀਆਂ ਨੇ, WTO ਦਾ ਕੀਤਾ, ਉਹ ਜਿਹੜਾ ਉਹਦਾ ਮੁੱਢ ਜ਼ਰੂਰ ਬੱਧਾ, ਪਰ ਇਹਦੇ ਬਾਵਜੂਦ ਕਿਉਂਕਿ ਉਦੋਂ ਹਾਲਾਤ ਐਸੇ ਸੀ ਭਾਰਤ ਦੇ ਕਿ ਬਹੁਤ ਜ਼ਿਆਦਾ ਜ਼ਰੂਰਤ ਜਿਹੜੀ ਸੀ ਇਹ ਸੀਗੀ, ਪਰ ਉਹ ਹਮੇਸ਼ਾ ਇਹਨਾਂ ਚੀਜ਼ਾਂ ਤੋਂ ਬੇਲਾਗ ਰਹੇ। ਸਿਆਸਤ ਉਹਨਾਂ ਬਹੁਤੀ ਕੀਤੀ ਨਹੀਂ। ਕਈ ਮੌਕੇ ਐਸੇ ਆਏ ਜਦੋਂ ਉਹਨਾਂ ਨੇ ਆਪਣਾ
ਅਸਤੀਫਾ ਦੇਣ ਦੀ ਗੱਲ ਵੀ ਕੀਤੀ। ਇੱਕ ਵਾਰੀ ਵਾਜਪਾਈ ਹੀਰਾਂ ਦੇ ਭਾਸ਼ਣ ਤੋਂ ਨਾਰਾਜ਼ ਹੋ ਕੇ ਵੀ ਉਹਨਾਂ ਕਿਹਾ ਸੀ ਕਿ ਮੈਂ ਅਸਤੀਫਾ ਦੇ ਦੇਣਾ ਜੇ ਇਹ ਗੱਲ ਹੈ, ਤੇ ਵਾਜਪਾਈ ਹੀਰਾਂ ਨੇ ਉਹਨਾਂ ਨੂੰ ਮਨਾ ਲਿਆ ਸੀ ਕਿ ਨਹੀਂ ਤੁਹਾਡੀ ਬਹੁਤ ਲੋੜ ਹੈ। ਤੇ ਇੱਕ ਵਾਰੀ ਜਦੋਂ ਇੱਕ ਹੋਰ ਮੌਕਾ ਵੀ ਐਸਾ ਆਇਆ ਸੀਗਾ, ਉਹਦੇ ਵਿੱਚ ਜਦੋਂ ਰਾਹੁਲ ਗਾਂਧੀ ਹੀਰਾਂ ਨੇ ਉਹਨਾਂ ਦਾ ਵਿਰੋਧ ਕੀਤਾ ਸੀਗਾ, ਉਦੋਂ ਵੀ ਉਹਨਾਂ ਦੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ। ਉਹ ਸ਼ਾਇਦ ਕੋਈ ਯੂਰੇਨੀਅਮ ਨੂੰ ਲੈ ਕੇ ਜਾਂ ਕੋਈ ਇਸ ਤਰ੍ਹਾਂ ਦਾ ਮਸਲਾ ਸੀਗਾ ਜਿਹਦੇ ਵਿੱਚ ਉਹਨਾਂ ਦੀ ਨੀਤੀ ਨੂੰ ਉਹਨਾਂ ਨੇ ਨਕਾਰਿਆ ਸੀਗਾ। ਯਾਨੀ ਕਿ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਧਾਰਨਾਵਾਂ ਉਹਨਾਂ ਬਾਰੇ ਬਣੀਆਂ ਹੋਈਆਂ ਨੇ ਉਹ ਉਹਨਾਂ ਨੂੰ ਤੋੜਦੇ ਰਹੇ। BBC ਨੇ ਵੀ ਅੱਜ ਕਿਹਾ ਕਿ 5 ਵਾਰ ਇਹੋ ਜਿਹੇ ਮੌਕੇ ਆਏ ਜਿਹੜੀਆਂ ਧਾਰਨਾਵਾਂ ਉਹਨਾਂ ਬਾਰੇ ਘੜੀਆਂ ਗਈਆਂ, ਉਹਨਾਂ ਨੂੰ ਉਹਨਾਂ ਨੇ ਗਲਤ ਸਾਬਤ ਕੀਤਾ। ਮੈਂ ਗਿੱਲ ਸਾਹਿਬ ਕਾਫੀ ਜਾਣਕਾਰੀ ਨਿੱਜੀ ਤੌਰ ਤੇ ਰੱਖਦਾ ਹਾਂ ਜੀ ਕਿ ਜਦੋਂ 2004 ਦੇ ਵਿੱਚ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਯਾਨੀ ਪਾਰਲੀਮੈਂਟਰੀ ਗਰੁੱਪ ਦਾ ਨੇਤਾ ਚੁਣਿਆ ਗਿਆ, ਤਾਂ ਇਹਦਾ ਮਤਲਬ ਇਹ ਸੀਗਾ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਰਿਹਾ ਸੀਗਾ ਜੀ। ਤੇ ਉਸ ਸਮੇਂ ਬੀਜੇਪੀ ਨੇ ਤੇ ਆਰਐਸਐਸ ਨੇ ਇਹ ਰੌਲਾ ਪਾ ਦਿੱਤਾ ਕਿ ਸੋਨੀਆ ਗਾਂਧੀ ਕਿਉਂਕਿ ਇੱਕ ਵਿਦੇਸ਼ੀ ਔਰਤ ਹੈਗੀ ਆ ਤੇ ਇਸ ਕਰਕੇ ਜੇ ਇਹਨੂੰ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਆ, ਤੇ ਕਿਸੇ ਨੇ ਕਿਹਾ ਜੀ ਮੈਂ ਤੇ ਸੇਰੀ ਮਨਾ ਲਾਂਗਾ, ਕਿਸੇ ਨੇ ਕਿਹਾ ਮੈਂ ਕੁਛ ਕਰਾਂਗਾ, ਕਿਸੇ ਨੇ ਕੁਛ ਕਿਹਾ, ਤਾਂ ਹਾਲਾਤ ਇਦਾਂ ਦੇ ਬਣ ਗਏ ਕਿ ਉਸ ਵੇਲੇ ਵੀ ਇਹਨਾਂ ਕੋਲ ਇੰਨੀ ਕੁ ਤਾਕਤ ਸੀਗੀ ਆਰਐਸਐਸ ਕੋਲ, ਤਾਂ ਤੁਹਾਨੂੰ ਪਤਾ ਹੀ ਆ ਵੀ ਇੱਕ ਬ੍ਰਿਗੇਡ ਜਿਹੜਾ ਪੂਰਾ ਤਿਆਰ ਹੈਗਾ। ਤੇ ਉਸ ਵੇਲੇ ਫਿਰ ਮਸਲਾ ਇਹ ਆਇਆ ਵੀ ਹੁਣ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਕਿਹਨੂੰ ਬਿਰਾਜਮਾਨ ਕੀਤਾ ਜਾਵੇ। ਤਾਂ ਉਸ ਵੇਲੇ ਕਿਉਂਕਿ ਉਸ ਸਮੇਂ ਲੈਫਟ ਕੋਲ ਕਾਫੀ ਤਾਕਤ ਸੀਗੀ ਔਰ ਹਰਕਿਸ਼ਨ ਸਿੰਘ ਸੁਰਜੀਤ ਜਿਹੜੇ ਆ ਉਹ ਇਸ ਗਰੁੱਪ ਦੇ ਲੀਡਰ ਸੀਗੇ ਔਰ ਉਹਨਾਂ ਦੀ ਸਲਾਹ ਇਹ ਜੱਗ ਜਾਣਦਾ ਕਿ ਸੋਨੀਆ ਗਾਂਧੀ ਵੀ ਲੈਂਦੇ ਰਹੇ ਆ। ਉਸ ਵੇਲੇ ਜਿਹੜੇ ਪ੍ਰਣਬ ਮੁਖਰਜੀ ਆ ਉਹਨਾਂ ਨੇ ਜੋਤੀ ਬਾਸੂ ਨੂੰ ਪਹੁੰਚ ਕੀਤੀ ਕਿ ਬਈ ਦੇਖੋ ਜੀ ਹੁਣ ਮੌਕਾ ਬਣਿਆ ਕਿ ਮੈਂ ਪ੍ਰਧਾਨ ਮੰਤਰੀ ਬਣ ਸਕਦਾ ਹਾਂ, ਕਿ ਜੇ ਤੁਸੀਂ ਕੋਈ ਥੋੜ੍ਹਾ ਜਿਹਾ ਮੇਰੇ ਹੱਕ ਦੇ ਵਿੱਚ ਚਲੋ। ਤਾਂ ਜੋਤੀ ਬਾਸੂ ਨੇ ਕਿਹਾ ਵੀ ਅਸੀਂ ਇੱਦਾਂ ਫੈਸਲੇ ਨਹੀਂ ਲੈਂਦੇ ਹੈਗੇ, ਅਸੀਂ ਫੈਸਲੇ ਆਪਣੀ ਕਲੈਕਟਿਵ ਲੀਡਰਸ਼ਿਪ ਦੀ ਜਿਹੜੀ ਕਲੈਕਟਿਵ ਸਮਝ ਹੁੰਦੀ ਹੈਗੀ ਉਹਦੇ ਹਿਸਾਬ ਨਾਲ ਲੈਂਦੇ ਹਾਂ। ਤਾਂ ਮੈਨੂੰ ਕਾਫੀ ਨੇੜਿਓਂ ਪਤਾ ਆ ਗਿੱਲ ਸਾਹਿਬ ਕਿ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੇ ਇਹ ਕਿਹਾ ਕਿ ਬਈ ਮੈਂ ਇੱਕ ਐਸੇ ਵਿਅਕਤੀ ਦਾ ਨਾਂ ਤੁਹਾਨੂੰ ਦਿੰਦਾ ਆ ਜਿਹਦੇ ਨਾਲ ਤੁਸੀਂ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡ ਸਕਦੇ ਹੋ। ਉਹਨਾਂ ਨੇ ਕਿਹਾ ਬਈ ਡਾਕਟਰ ਮਨਮੋਹਨ ਸਿੰਘ ਨੂੰ ਤੁਸੀਂ ਪ੍ਰਧਾਨ ਮੰਤਰੀ ਬਣਾਓ। ਨੰਬਰ 1 ਕਹਿੰਦੇ ਵੀ ਉਹ ਕੋਈ ਜਿਹੜੀ ਹੇਰਾਫੇਰੀਆਂ ਵਾਲੀ ਸਿਆਸਤ ਹੈਗੀ ਆ ਜਾਂ ਕੋਈ ਚੁੱਕਣਾ ਚੁਕਾਉਣ ਵਾਲੀ ਗੱਲ ਹੈਗੀ ਆ ਉਹ ਇਹਨਾਂ ਦੇ ਵਿੱਚ ਹੈ ਨਹੀਂ ਗੀ। ਸਾਫ਼ ਸੁਥਰੇ ਵਿਅਕਤੀ ਹੈਗੇ ਆ, ਕੋਈ ਗੁੰਝਲ ਨਹੀਂ ਇਹਨਾਂ 'ਚ ਹੈਗੀ। ਫਿਰ ਇਹਨਾਂ ਦਾ ਕੋਈ ਕਾਂਗਰਸ ਦੇ ਵਿੱਚ ਵੀ ਗਰੁੱਪ ਨਹੀਂ ਬਣੇਗਾ। ਦੂਸਰੀ ਗੱਲ ਔਰ ਤੀਸਰੀ ਗੱਲ ਇਹ ਆ ਕਿ ਉਹਨਾਂ ਦੀ ਯੋਗਤਾ ਦੇ ਉੱਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਚੌਥੀ ਗੱਲ ਉਹਨਾਂ ਦੀ ਇਮਾਨਦਾਰੀ ਉੱਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਔਰ ਇੱਕ ਫੈਕਟਰ ਜਿਹੜਾ ਉਹ ਇਹ ਆ ਕਿ 1984 ਦੇ ਜਿਹੜੇ ਸਿੱਖ ਵਿਰੋਧੀ ਹੋਇਆ, ਕਤਲੇਆਮ ਹੋਇਆ ਸਿੱਖਾਂ ਦਾ, ਉਹਦੇ ਵਿੱਚ ਜੇ ਇੱਕ ਸਿੱਖ ਨੂੰ ਪ੍ਰਧਾਨ ਮੰਤਰੀ ਦੇ ਪਦ ਤੇ ਬਿਠਾਇਆ ਜਾਂਦਾ, ਜੇ ਪ੍ਰਧਾਨ ਮੰਤਰੀ ਬਣਾਇਆ ਜਾਂਦਾ, ਤਾਂ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਇੱਕ ਵੱਡੇ ਹਿੱਸੇ ਵਿੱਚ ਇਹ ਮੈਸੇਜ ਜਾਏਗਾ ਕਿ ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਇੱਕ ਇੱਜ਼ਤ ਮਾਣ ਦਿੱਤਾ ਕਿ ਉਹਨਾਂ ਨੇ ਇਸ ਭਾਈਚਾਰੇ ਵਿੱਚੋਂ ਇੱਕ ਪ੍ਰਧਾਨ ਮੰਤਰੀ ਬਣਾਇਆ। ਸੋ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਉਸ ਵੇਲੇ 2004 ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ, ਕਾਂਗਰਸ ਦੇ ਵਿੱਚ ਜਿਹੜਾ ਸੰਕਟ ਆਇਆ ਸੀਗਾ, ਉਹਨੂੰ ਉਹਨਾਂ ਨੇ ਇਸ ਤਰੀਕੇ ਨਾਲ ਜਿਹੜਾ ਉਹ ਟਾਲਿਆ ਸੀਗਾ। ਆਪ ਸ਼ਾਮਲ ਹੋਏ ਔਰ ਅਗਲੇ 10 ਸਾਲ ਉਹਨਾਂ ਨੇ ਫਿਰ ਲਗਾਤਾਰ ਪ੍ਰਧਾਨ ਮੰਤਰੀ ਦੀ ਕੁਰਸੀ ਸਾਂਭੀ ਰੱਖੀ। ਔਰ ਕੋਈ ਵੀ ਜਿਹੜੇ ਵੱਡੇ ਲੀਡਰ ਆ ਜੀ, ਖਾਸ ਕਰਕੇ ਜਿਹੜੇ ਪ੍ਰਧਾਨ ਮੰਤਰੀ ਬਣਦੇ ਆ, ਉਹਨਾਂ ਨਾਲ ਜਿਵੇਂ ਤੁਸੀਂ ਕਿਹਾ ਆ ਕਿ ਬਹੁਤ ਸਾਰੀਆਂ ਗੱਲਾਂ ਜੁੜ ਜਾਂਦੀਆਂ ਆ, ਪਰ ਉਹਨਾਂ ਦਾ ਜਿਹੜਾ ਕਾਰਜਕਾਲ ਹੈਗਾ ਜਾਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਜਿਹੀ ਸ਼ਖਸੀਅਤ ਨੇ
ਕਿ ਜਿਨ੍ਹਾਂ ਦੇ ਗੁਣ ਜ਼ਿਆਦਾ ਦਿਖਾਈ ਦਿੰਦੇ ਆ ਤੇ ਔਗਣ ਜਿਹੜੇ ਆ ਉਹ ਘੱਟ ਦਿਖਾਈ ਦਿੰਦੇ ਆ। ਸੋ ਹਰ ਖੇਤਰ ਦੇ ਵਿੱਚ ਕਿਸੇ ਬੰਦੇ ਦਾ ਪਰਪੱਕ ਹੋਣਾ ਜਿਹੜਾ ਉਹ ਲਾਜ਼ਮੀ ਨਹੀਂ ਹੁੰਦਾ, ਪਰੰਤੂ ਡਾਕਟਰ ਮਨਮੋਹਨ ਸਿੰਘ ਹੋਰੀ ਐਸੀ ਸ਼ਖਸੀਅਤ ਨੇ ਕਿ ਜਿਨ੍ਹਾਂ ਨੇ ਭਾਰਤ ਦਾ ਮਾਣ ਵਧਾਇਆ। ਜੀ ਬਿਲਕੁਲ। ਔਰ ਅਸੀਂ ਫਿਰ ਆਪਣੇ ਅਦਾਰੇ ਵੱਲੋਂ, ਆਪਣੇ ਪੰਜਾਬੀਆਂ ਦੇ ਸਮੂਹ ਪੰਜਾਬੀਆਂ ਵੱਲੋਂ, ਪੂਰੇ ਭਾਰਤੀਆਂ ਵੱਲੋਂ ਇਹ ਚਾਹੁੰਦੇ ਹਾਂ ਕਿ ਅਜੇ ਹੋਰ ਕੁਝ ਸਮਾਂ ਉਹ ਜਿਹੜੇ ਆ ਉਹ ਲੋਕਾਂ ਦੇ ਦਰਮਿਆਨ ਰਹਿਣ, ਉਹਨਾਂ ਦੀ ਸਿਹਤ ਖਰਾਬ ਹੈ, ਠੀਕ ਹੋਣ, ਉਹ ਵਾਪਸ ਆਉਣ, ਉਹਨਾਂ ਦੀਆਂ ਜਿਹੜੀ ਗਾਈਡੈਂਸ ਹੈ ਉਹ ਕਿਤੇ ਨਾ ਕਿਤੇ, ਖਾਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਪਾਰਟੀ ਆ ਜਿਹਨੂੰ ਉਹ ਬਿਲੋਂਗ ਕਰਦੇ ਨੇ, ਉਹ ਇਸ ਵੇਲੇ ਬੜੇ ਨਾਜ਼ੁਕ ਦੌਰ 'ਚੋਂ ਨਿਕਲ ਰਹੀ ਆ। ਅਤੇ ਸਰਦਾਰ ਮਨਮੋਹਨ ਸਿੰਘ ਵਰਗੇ ਠਰੰਮੇ ਵਾਲੇ ਵਿਅਕਤੀ, ਸੰਜੀਦਾ ਵਿਅਕਤੀ ਕੋਈ ਸੇਧ ਐਸੀ ਜ਼ਰੂਰ ਦੇ ਸਕਦੇ, ਕੋਈ ਟਿਪਸ ਦੇ ਸਕਦੇ ਆ ਜਿਹਦੇ ਨਾਲ, ਭਾਵੇਂ ਅਸੀਂ ਕਹਿੰਦੇ ਉਹ ਸਿਆਸੀ ਨਹੀਂ ਗਏ, ਪਰ ਇਹਦੇ ਬਾਵਜੂਦ ਇੱਕ ਇਮਾਨਦਾਰ ਸ਼ਖਸ ਨੇ, ਜਿਹੜੀ ਉਹਨਾਂ ਦੇ ਮੂੰਹ 'ਚੋਂ ਨਿਕਲੀ ਗੱਲ ਹੈ ਉਹਨੂੰ ਸਾਰੇ ਉਹਦਾ ਸਤਿਕਾਰ ਕਰਦੇ ਆ, ਅਤੇ ਪਾਰਟੀ ਨੂੰ ਸ਼ਾਇਦ ਉਹਨਾਂ ਦੀ ਇਸ ਵੇਲੇ ਜ਼ਿਆਦਾ ਲੋੜ ਜਿਹੜੀ ਉਹ ਨਜ਼ਰ ਆ ਰਹੀ ਹੈ। ਸਹੀ ਗੱਲ ਹੈ ਜੀ। ਅੱਛਾ, ਆਪਾਂ ਦੂਜੀ ਖਬਰ ਵੱਲ ਚੱਲੀਏ। ਭਾਰਤ ਵਿੱਚ ਕੋਲੇ ਦਾ ਬੜਾ ਗੰਭੀਰ ਸੰਕਟ ਹੈ, ਅਤੇ ਕੋਲੇ ਦਾ ਸੰਕਟ ਦਾ ਮਤਲਬ ਹੈ ਬਿਜਲੀ ਦਾ ਸੰਕਟ ਆਉਣ ਵਾਲਾ। ਸਾਰੇ ਭਾਰਤ ਵਿੱਚ ਹੀ ਹਾਲਾਤ ਇਹ ਹੈ, ਪਰ ਪੰਜਾਬ ਦੇ ਤੇ ਕਾਫੀ ਸਾਰੇ ਯੂਨਿਟ ਬੰਦ ਹੋ ਚੁੱਕੇ ਆ, ਜਿਹੜੇ ਸਰਕਾਰੀ ਪਲਾਂਟ ਉਹਨਾਂ ਦੇ ਵੀ, ਔਰ ਪ੍ਰਾਈਵੇਟ ਪਲਾਂਟ ਜਿਹੜੇ ਉਹਨਾਂ ਦੇ ਯੂਨਿਟ ਵੀ। ਅਤੇ ਹਾਲਾਂਕਿ ਚਲੋ ਪੈਡੀ ਸੀਜ਼ਨ ਜਿਹੜਾ ਉਹ ਨਿਕਲ ਚੁੱਕਾ ਹੈ, ਪਰ ਜਿਹੜਾ ਬਿਜਲੀ ਦੇ ਕੱਟ ਨੇ, ਗਰਮੀ ਤੋਂ ਵੀ ਖੈਰ ਨਹੀਂ ਮੁਸ਼ਕਲ ਆਏਗੀ ਲੋਕਾਂ ਨੂੰ, ਪਰ ਪਾਵਰ ਕੱਟ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਣਾ। ਕਿਹਾ ਇਹ ਜਾ ਰਿਹਾ ਹੈ ਕਿ ਭਾਰਤ ਜਿਹੜਾ ਆ ਦੁਨੀਆ ਦਾ ਚੌਥੇ ਨੰਬਰ ਦਾ ਕੋਲਾ ਉਤਪਾਦਕ ਹੈ, ਅਤੇ 319 ਯਾਨੀ ਕਿ ਮੀਟ੍ਰਿਕ ਟਨ ਉਹਨਾਂ ਕੋਲ ਕਪੈਸਿਟੀ ਹੈ ਕੋਲੇ ਦੀ, ਅਤੇ ਇਹ 319 ਅਰਬ ਟਨ, ਸਰ ਮੀਟ੍ਰਿਕ ਟਨ ਮੇਰੇ ਨਿਕਲ ਗਿਆ, 319 ਅਰਬ ਟਨ ਕੋਲੇ ਦੇ ਭੰਡਾਰ ਨੇ ਭਾਰਤ ਕੋਲ। ਇੰਨਾ ਕੋਲਾ ਹੋਣ ਦੇ ਬਾਵਜੂਦ ਉਹ ਅਜੇ ਆਪਣੀਆਂ ਲੋੜਾਂ ਪੂਰੀਆਂ ਕਰ ਲਈ। ਦੂਜਾ ਵੱਡਾ ਮੁਲਕ ਹੈ ਜਿਹੜਾ ਮਤਲਬ ਆਪਣਾ ਇੰਪੋਰਟ ਕਰਨ ਵਾਲਾ ਮੁਲਕ ਹੈ, ਜਿਹੜਾ ਕੋਲਾ ਬਾਹਰੋਂ ਲੈਂਦਾ ਸੀਗਾ, ਅਤੇ ਇਹਦੇ ਬਾਵਜੂਦ ਵੀ ਇਸ ਵੇਲੇ ਕਾਫੀ ਵੱਡਾ ਸੰਕਟ ਹੈ, ਕਿਉਂਕਿ 70% ਬਿਜਲੀ ਦਾ ਉਤਪਾਦਨ ਜਿਹੜਾ ਆ ਉਹ ਕੋਲੇ ਦੇ ਉੱਤੇ ਨਿਰਭਰ ਹੈ ਭਾਰਤ ਦਾ, ਅਤੇ ਆਉਣ ਵਾਲੇ ਦਿਨਾਂ 'ਚ ਇੱਕ ਵੱਡਾ ਸੰਕਟ ਜਿਹੜਾ ਉਹ ਸਾਹਮਣੇ ਨਜ਼ਰ ਆ ਰਿਹਾ। ਇਹਦੇ 'ਚ ਜਿਹੜਾ ਮੁੱਖ ਕਾਰਨ ਹੈਗਾ ਜੀ ਗਿੱਲ ਸਾਹਿਬ, ਉਹ ਇਹ ਆ ਭਈ ਪਬਲਿਕ ਸੈਕਟਰ ਨੂੰ ਖਤਮ ਕਰਕੇ ਜਿਹੜਾ ਪ੍ਰਾਈਵੇਟ ਸੈਕਟਰ ਨੂੰ ਸਾਰਾ ਕੁਝ ਦਿੱਤਾ ਜਾ ਰਿਹਾ, ਕਾਰਪੋਰੇਟ ਸੈਕਟਰ ਨੂੰ ਦਿੱਤਾ ਜਾ ਰਿਹਾ। ਇਹ ਕੋਲੇ ਦੀਆਂ ਜਿਹੜੀਆਂ ਖਾਣਾਂ ਆ ਉਹ ਵੀ ਜਿਹੜੀਆਂ ਉਹ ਜੀ ਅਦਾਨੀ ਹੋਰਾਂ ਨੂੰ, ਜਿਹੜੇ ਕਾਰਪੋਰੇਟ ਸੈਕਟਰ ਦੀ ਨੁਮਾਇੰਦਗੀ ਕਰਦੇ ਆ, ਉਹਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਆ, ਔਰ ਕਾਰਪੋਰੇਟ ਸੈਕਟਰ ਕੋਲ ਜੋ ਵੀ ਸੈਕਟਰ ਜਿਹੜਾ ਦਿੱਤਾ ਗਿਆ ਉਹਦੇ ਵਿੱਚ ਕੋਈ ਲੋਕਾਂ ਦੇ ਭਲੇ ਦੀ, ਦੇਸ਼ ਦੇ ਭਲੇ ਦੀ ਗੱਲ ਨਹੀਂ ਹੋਈ, ਕਿਉਂਕਿ ਉਹਨਾਂ ਦਾ ਮਕਸਦ ਜਿਹੜਾ ਹੈਗਾ ਉਹ ਮੁਨਾਫਾ ਕਮਾਉਣਾ ਆ, ਉਹ ਦੇਸ਼ ਦੇ ਲੋਕਾਂ ਦੀ ਸੇਵਾ ਕਰਨੀ ਜਾਂ ਦੇਸ਼ ਦੀ ਸੇਵਾ ਕਰਨੀ ਨਹੀਂ ਹੈ। ਸੋ ਇਹਦੇ ਵਿੱਚ ਵੀ ਭਾਵੇਂ ਕਿਹਾ ਇਹ ਜਾਂਦਾ ਵੀ ਕੋਲੇ ਦੀ ਖੁਦਾਈ ਜਿਹੜੀ ਆ ਉਹ ਘੱਟ ਹੋਈ ਆ ਜੀ, ਉਹਦੇ ਆਹ ਕਾਰਨ ਸੀਗੇ ਜੀ, ਪਰ ਮੁੱਖ ਤੌਰ ਦੇ ਉੱਤੇ ਇਹਨਾਂ ਦਲੀਲਾਂ ਨਾਲ ਕੋਈ ਸਹਿਮਤੀ ਜਿਹੜੀ ਆ ਉਹ ਕਿਸੇ ਦੀ ਨਹੀਂ ਹੋ ਰਹੀ। ਔਰ ਹੈਰਾਨੀਜਨਕ ਗੱਲ ਗਿੱਲ ਸਾਹਿਬ ਇਹ ਆ ਬਈ ਜਿਨ੍ਹਾਂ ਰਾਜਾਂ ਦੇ ਵਿੱਚ ਸੰਕਟ ਆ ਰਿਹਾ ਹੈਗਾ, ਉਹ ਦਵਾਈ ਦੇ ਰਹੇ ਆ ਵੀ ਸਾਡੇ ਕੋਲੋਂ ਕੋਲਾ ਮੁੱਕ ਗਿਆ, ਤੇ ਕੇਂਦਰੀ ਮੰਤਰੀ ਜਿਹੜੇ ਆ ਜੀ, ਕੋਲੇ ਦੇ ਮੰਤਰੀ ਜਿਹੜੇ ਆ, ਉਹ ਇਹ ਕਹੀ ਜਾ ਰਹੇ ਆ ਵੀ ਕੋਲੇ ਦੀ ਦੇਸ਼ ਵਿੱਚ ਕੋਈ ਘਾਟ ਨਹੀਂ। ਸੋ ਜੇ ਕੋਈ ਘਾਟ ਨਹੀਂ ਹੈ ਤੇ ਫਿਰ ਤੁਸੀਂ ਜਿਹੜੇ ਜਿੱਥੇ ਬਿਜਲੀ ਉਤਪਾਦਨ ਲਈ ਕੋਲੇ ਦੀ ਲੋੜ ਹੈਗੀ ਆ, ਥਰਮਲ ਪਲਾਂਟਾਂ ਨੂੰ ਜ਼ਰੂਰਤ ਹੈਗੀ ਆ, ਉਹਨਾਂ ਕੋਲ ਜਾਣੀ ਚਾਹੀਦੀ ਆ। ਸੋ ਇਹ ਮੁੱਖ ਤੌਰ ਦੇ ਉੱਤੇ ਜੀ ਜਿਹੜਾ ਕਾਰਪੋਰੇਟ ਸੈਕਟਰ ਹੈਗਾ ਉਹਦੀ ਸਮਝ ਲਓ ਵੀ ਇੱਕ ਨਾਕਾਮੀ ਆਪਾਂ ਕਹਿ ਸਕਦੇ ਹਾਂ, ਤੇ ਇਹਦੇ ਰੂਪ ਦੇ ਵਿੱਚ ਭਾਰਤ ਸਰਕਾਰ ਦੀ ਨਾਕਾਮੀ ਵੀ ਕਹਿ ਸਕਦੇ ਹਾਂ ਕਿ ਜਿਹਨੇ ਧੜਾ ਧੜ ਜਿਹੜਾ ਪਬਲਿਕ ਸੈਕਟਰ ਹੈਗਾ ਉਹਨੂੰ ਖਤਮ ਕਰਕੇ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਸਾਰਾ ਕੁਝ ਕਾਰਪੋਰੇਟਾਂ ਨੂੰ ਵੇਚ ਦਿੱਤਾ, ਜਿਹਦੇ ਵਿੱਚ ਕਿਸਾਨਾਂ ਦਾ ਜਿਹੜਾ ਅੰਦੋਲਨ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈਗਾ ਉਹ ਵੀ ਸ਼ਾਮਲ ਆ। ਇਹ ਤਾਂ ਗਨੀਮਤ ਆ ਕਿ ਕਿਸਾਨ ਜਿਹੜੇ ਆ ਉਹ ਸਮਝ ਗਏ ਤੇ ਉਹਨਾਂ ਨੇ ਵੇਲੇ ਸਿਰ ਇਹਦੇ ਮੁਕਾਬਲੇ ਦੇ ਉੱਤੇ ਇਹਦਾ ਮੁਕਾਬਲਾ ਕਰਨ ਵਾਸਤੇ ਜਿਹੜਾ ਅੰਦੋਲਨ ਆ ਉਹ ਛੇੜ ਲਿਆ। ਤੇ ਹੁਣ ਭਾਰਤ ਦੀਆਂ ਕਿਉਂਕਿ ਬਹੁਤੀਆਂ ਜਿਹੜੀਆਂ ਰਾਜਸੀ ਪਾਰਟੀਆਂ ਆ ਉਹ ਹਰਕਤ ਦੇ ਵਿੱਚ ਇਸ ਮੁੱਦੇ ਤੇ ਨਹੀਂ ਆ ਰਹੀਆਂ, ਔਰ
ਦਿਨੋਂ ਦਿਨ ਜਿਹੜਾ ਇਹ ਸੰਕਟ, ਖਾਸ ਕਰਕੇ ਬਿਜਲੀ, ਉੱਦਾਂ ਤਾਂ ਕੋਈ ਵੀ ਸੈਕਟਰ ਜਿਹੜਾ ਉਹ ਗੈਰ ਮਹੱਤਵਪੂਰਨ ਨਹੀਂ ਹੁੰਦਾ, ਪਰੰਤੂ ਜਿਹੜਾ ਪਾਵਰ ਦਾ ਸੈਕਟਰ ਆ, ਜਿਹੜਾ ਬਿਜਲੀ ਦਾ ਸੈਕਟਰ ਆ, ਇਹਦੇ ਨਾਲ ਇਹਦੀ ਬੰਦੀ ਦੇ ਨਾਲ, ਇਹਦੇ ਬੰਦ ਹੋਣ ਨਾਲ ਸਾਰੀ ਜ਼ਿੰਦਗੀ ਜਿਹੜੀ ਹੈ ਜੀ ਉਹ ਸਟੈਂਡ ਸਟਿਲ ਹੋ ਜਾਂਦੀ ਆ। ਕਾਰਖਾਨੇ ਬੰਦ ਹੋ ਜਾਂਦੇ ਆ, ਗੱਡੀਆਂ ਬੰਦ ਹੋ ਜਾਂਦੀਆਂ, ਘਰਾਂ ਦੇ ਵਿੱਚ ਹਨੇਰਾ ਛਾ ਜਾਂਦਾ ਆ, ਔਰ ਇਹ ਬੜੀ ਚਿੰਤਾ ਵਾਲੀ ਗੱਲ ਆ। ਔਰ ਜਿਹੜੀ ਆ ਮੂੰਹ ਜ਼ਬਾਨੀ ਖਰਚ ਕਰਨ ਵਾਲੀ ਗੱਲ ਜਿੱਦਾਂ ਹੁੰਦੀ ਆ ਵੀ ਕੇਂਦਰੀ ਮੰਤਰੀ ਕਹੀ ਜਾਵੇ ਵੀ ਕੋਲੇ ਦੀ ਘਾਟ ਕੋਈ ਨਹੀਂ ਗੀ, ਤੇ ਜਿਨ੍ਹਾਂ ਨੇ ਉਤਪਾਦਨ ਕਰਨਾ ਉਹਨਾਂ ਕੋਲ ਕੋਲਾ ਪਹੁੰਚੇ ਕੋਈ ਨਾ। ਇਹ ਵਾਕਿਆ ਹੀ ਇੱਕ ਬਹੁਤ ਚਿੰਤਾਜਨਕ ਸਥਿਤੀ ਬਣੀ ਆ ਜੀ। ਵਾਕਿਆ ਤੁਸੀਂ ਜਿਹੜੀ ਗੱਲ ਪੁਆਇੰਟ ਆਊਟ ਕਰ ਰਹੇ ਹੋ ਕਿ ਇਹਦਾ ਮੁੱਖ ਕਾਰਨ ਇਹ ਨਹੀਂ ਆ ਕਿ ਭਾਰਤ ਕੋਲ ਕੋਲਾ ਨਹੀਂ ਹੈ ਜਾਂ ਕੋਈ ਹੋਰ ਵਜ੍ਹਾ ਹੈ, ਇਹਦੀ ਵਜ੍ਹਾ ਸਿਰਫ ਇੱਕੋ ਹੀ ਆ। 40% ਕੋਲੇ ਦਾ ਰੇਟ ਪਿਛਲੇ ਸਾਲ ਦੇ ਮੁਕਾਬਲੇ ਵੀ ਵੱਧ ਗਿਆ, ਕਿਉਂਕਿ ਕਾਰਪੋਰੇਟ ਦੇ ਹੱਥ ਵਿੱਚ ਸਾਰਾ ਕੁਝ ਦੇਣ ਦਾ ਹੀ ਇੱਕ ਖਮਿਆਜਾ ਜਿਹੜਾ ਉਹ ਭੁਗਤਣਾ ਪੈ ਰਿਹਾ। ਇਹ ਗੱਲ ਸਰਕਾਰ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆ ਰਹੀ। ਬਹੁਤ ਸਾਰੇ ਮੁਲਕ ਐਸੇ ਵੀ ਆ ਜਿਹੜੇ ਇਹ ਮਹਿਸੂਸ ਕਰਦੇ, ਆਪਾਂ ਕਹਿੰਦੇ ਆ ਗਲੋਬਲ ਵਿਲੇਜ ਹੈ ਦੁਨੀਆ, ਇੱਕ ਦੂਜੇ ਮੁਲਕ ਤੋਂ ਬਗੈਰ ਸਰਦਾ ਨਹੀਂ, ਪਰ ਕੁਝ ਮੁਲਕ ਐਸੇ ਵੀ ਆ ਜਿਹੜੇ ਆਪਣੀ ਹੋਣੀ ਆਪ ਲਿਖਦੇ ਆ ਤੇ ਉਹਦੇ ਬਾਵਜੂਦ ਵੀ ਉਹ ਸਰਵਾਈਵ ਕਰਦੇ ਆ। ਠੀਕ ਆ, ਉਹ ਉਹਨਾਂ ਦੇ ਗਰੀਬੀ ਹੋ ਸਕਦੀ ਆ, ਉਹਨਾਂ ਦੇ ਵਿੱਚ ਕੁਝ ਚੀਜ਼ਾਂ ਹੋ ਸਕਦੀਆਂ ਨੇ, ਪਰ ਸਵੈਮਾਣ ਨਾਲ ਜੀਣਾ ਉਹਨਾਂ ਨੂੰ ਆਉਂਦਾ। ਪਰ ਸਾਡਾ ਮੁਲਕ ਤਾਂ ਆਪਣਾ ਮਾਣ ਵੀ ਗਵਾ ਚੁੱਕਾ ਤੇ ਲੋਕ ਵੀ ਉਸੇ ਤੰਗੀ ਤੁਰਸ਼ੀ 'ਚ ਬੈਠੇ ਹੋਏ ਆ। ਪਤਾ ਨਹੀਂ ਇਹ ਸਰਕਾਰਾਂ ਕਿਸ ਤਰੀਕੇ ਦੀ ਜਿਹੜੀ ਆ ਡੰਗ ਟਪਾਊ ਨੀਤੀਆਂ ਜਿਹੜੀਆਂ ਉਹ ਬਣਾ ਰਹੀਆਂ ਨੇ। ਕੋਈ ਇਹਨਾਂ ਕੋਲ ਮਾਸਟਰ ਪਲਾਨ ਨਹੀਂ ਆ, ਕੋਈ ਉਹਨਾਂ ਕੋਲ ਲੰਬੇ ਸਮੇਂ ਦੀ ਐਸੀ ਪਲਾਨਿੰਗ ਨਹੀਂ ਆ ਕਿ ਉਹ ਭਾਰਤ ਨੂੰ ਜਿਹੜੇ ਮੌਜੂਦਾ ਸੰਕਟਾਂ ਦਾ ਸਾਹਮਣਾ ਜਾਂ ਆਉਣ ਵਾਲੇ ਸੰਕਟ ਆ ਉਹਨਾਂ 'ਚੋਂ ਬਾਹਰ ਕੱਢਣ ਦਾ ਕੋਈ ਉਹ ਧਿਆਨ ਕਰਨ। ਭਾਰਤ ਸਰਕਾਰ ਜਿਹੜੀ ਆ ਜੀ, ਉਹ ਦੇਖੋ ਇਹ ਦਾਅਵਾ ਕਰਦੀ ਆ, ਜਿਹੜੀ ਪਾਰਟੀ ਹੁਣ ਰਾਜ ਕਰ ਰਹੀ ਆ, ਕਿ ਸਾਡੇ ਕੋਲ ਜੀ ਦੂਰਦਰਸ਼ਨ ਵੀ ਸੀਗਾ, ਸਾਡੇ ਕੋਲ ਜੀ ਸਰਜਰੀ ਬੜੀ ਤਗੜੀ ਸੀਗੀ, ਗਣੇਸ਼ ਦਾ ਜਿਹੜਾ ਸਿਰ ਹੈਗਾ ਉਹ ਅਸੀਂ ਲਾਤਾ ਸੀਗਾ ਉਸ ਵੇਲੇ ਹੀ, ਤੇ ਫਿਰ ਜੋ ਦੁਨੀਆ ਦੇ ਵਿੱਚ ਡਿਵੈਲਪਮੈਂਟ ਹੋਈ ਆ ਉਹ ਭਾਰਤ ਤੋਂ ਹੀ ਸ਼ੁਰੂ ਹੋਈ ਹੈਗੀ ਆ। ਤੇ ਪਰ ਇਹ ਨਹੀਂ ਗੱਲ ਸਮਝ ਆਈ ਵੀ ਇਹ ਪਾਰਟੀ ਜਿਹੜੀ ਹੈਗੀ ਆ ਇਹ ਮੈਨੇਜਮੈਂਟ ਕਰਨ ਦੇ ਵਿੱਚ, ਤੇ ਜਿਹੜੇ ਸਾਡੇ ਪੁਰਾਣੇ ਰਾਜੇ ਹੋਏ ਆ ਉਹਨਾਂ ਦੇ ਹਿਸਾਬ ਨਾਲ ਜਿਹੜਾ ਉਹ ਇਹ ਤਾਂ ਦਾਅਵਾ ਕਰਦੇ ਆ ਵੀ ਸਾਡੇ ਮਹਾਰਾਜੇ ਹੋਏ ਜੀ, ਉਹਨਾਂ ਨੇ ਇਹ ਕੀਤਾ ਉਹ ਕੀਤਾ, ਪਰ ਇਹ ਉੱਦਾਂ ਦੀ ਗੱਲ ਹੈਗੀ ਆ ਜਿੱਦਾਂ ਜਰਨੈਲ ਸਿੰਘ ਅਰਸ਼ੀ ਹੁਰੀ ਜਿਹੜੇ ਆ ਉਹ ਦੱਸਦੇ, ਉਹ ਆਪਣੀ ਜਿਹੜੀ ਪੁਸਤਕ ਆ ਉਹ 'ਚ ਲਿਖਦੇ ਆ, ਕਿਤੇ ਹੋਰ ਵੀ, ਬਈ ਇਹ ਜਿਹੜੀ ਸਰਕਾਰ ਆ ਨਾ, ਇਹ ਜਿੱਦਾਂ ਕੋਈ ਮੱਝ ਹੋਏ ਨਾ ਤੇ ਉਹਦੇ ਪਿਛਲੇ ਸੂਏ ਦੀਆਂ ਗੱਲਾਂ ਕਰੀ ਜਾਣੀਆਂ ਵੀ ਇਹ ਇੰਨਾ ਦੁੱਧ ਦਿੰਦੀ ਸੀ ਪਿਛਲੇ ਸੂਏ, ਤੇ ਵੇਖਣਾ ਤਾਂ ਇਹ ਹੁੰਦਾ ਹੈ ਵੀ ਹੁਣ ਕਿੰਨਾ ਦੁੱਧ ਦੇ ਰਹੀ ਹੈਗੀ ਆ। ਸਵਾਲ ਤਾਂ ਇਹ ਆ ਕਿ ਏਡੀਆਂ ਖੋਜਾਂ ਜਿਹੜੀਆਂ ਉਹ ਭਾਰਤ ਦੇ ਕ੍ਰੈਡਿਟ ਵਿੱਚ ਹੈਗੀਆਂ, ਖਾਸ ਕਰਕੇ ਸਾਡੇ ਪ੍ਰਧਾਨ ਮੰਤਰੀ ਦੇ, ਬੀਜੇਪੀ ਪਾਰਟੀ ਦੇ, ਤੇ ਇਸ ਵੇਲੇ ਹੁਣ ਕੀ ਸੱਪ ਸੁੰਘ ਗਿਆ ਕਿ ਕੋਈ ਮੈਨੇਜਮੈਂਟ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ। ਇਹਦੇ ਵਿੱਚ ਸਿਰਫ ਤੇ ਸਿਰਫ ਬੇਈਮਾਨੀ ਵਾਲੀ ਗੱਲ ਹੈਗੀ ਆ। ਤੇ ਗਿੱਲ ਸਾਹਿਬ, ਭਾਰਤ ਸਰਕਾਰ ਇਹਦੇ ਬਾਰੇ ਕਿਉਂ ਸੋਚੇਗੀ? ਭਾਰਤ ਸਰਕਾਰ ਨੇ ਤਾਂ ਇਹ ਕਾਰਾ ਕੀਤਾ ਆ ਕਿ ਸਭ ਕੁਝ ਜਿਹੜਾ ਹੈਗਾ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿਓ, ਤੇ ਹੁਣ ਖਮਿਆਜਾ ਜਿਹੜਾ ਹੈਗਾ ਉਹਨਾਂ ਨੇ, ਪਾਰਟੀ ਨੇ, ਜਿਹੜੇ ਰਾਜ ਕਰਨ ਵਾਲੇ ਆ ਉਹਨਾਂ ਨੇ ਗੱਫੇ ਲੈ ਲਏ ਹੋਣਗੇ ਪ੍ਰਾਈਵੇਟ ਸੈਕਟਰ ਕੋਲੋਂ, ਕਾਰਪੋਰੇਟਾਂ ਕੋਲੋਂ, ਪਰ ਇਹਦਾ ਨਤੀਜਾ ਕਿਹਨੇ ਭੁਗਤਣਾ ਆ? ਇਹਦਾ ਨਤੀਜਾ ਲੋਕ ਭੁਗਤਦੇ ਆ, ਔਰ ਲੋਕ ਭੁਗਤ ਰਹੇ ਆ ਜੀ। ਇੱਕ ਖਬਰ ਜਿਹੜੀ 2 ਦਿਨ ਤੋਂ ਬੜੀ ਚਰਚਾ 'ਚ ਆ, ਉਹ ਕਾਲੋ ਸਾਹਿਬ ਆਪਾਂ ਕੱਲ੍ਹ ਵੀ ਉੱਤੇ ਜ਼ਿਕਰ ਕੀਤਾ ਸੀਗਾ ਕਿ BSF ਦਾ ਅਧਿਕਾਰ ਖੇਤਰ ਵਧਾ ਦਿੱਤਾ ਗਿਆ, ਤੇ ਪੰਜਾਬ ਵਰਗਾ ਜਿਹੜਾ ਸਟੇਟ ਹੈ, ਛੋਟੀ ਜਿਹੀ ਸਟੇਟ ਹੈ ਜਿਹੜੀ ਦਾ ਅੱਧਾ ਹਿੱਸਾ ਲਗਭਗ, ਕਿਉਂਕਿ 560-70 ਕਿਲੋਮੀਟਰ ਜਿਹੜਾ ਏਰੀਆ ਉਹ ਲੱਗਦਾ ਹੈ, ਤੇ ਜੇ 50 ਕਿਲੋਮੀਟਰ ਡੀਪ ਉਹਨੂੰ ਮਲਟੀਪਲਾਈ ਕਰ ਲਿਆ ਜਾਵੇ ਤੇ ਲਗਭਗ ਪੰਜਾਬ ਦਾ ਅੱਧਾ ਹਿੱਸੇ ਤੋਂ ਵੀ ਸ਼ਾਇਦ ਥੋੜ੍ਹਾ ਜਿਹਾ ਵੱਧ ਬਣ ਜਾਏ, ਉਹ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੇ ਹੱਥ ਵਿੱਚ ਆ ਗਿਆ, ਜਿਹਦੀ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਇੱਥੇ ਬਿਆਨ ਦਿੱਤਾ ਕਿ ਇਹ ਗਲਤ ਕੰਮ ਹੈ, ਪਰ ਜਿਹੜੇ ਸਾਬਕਾ ਕੈਪਟਨ ਸਾਹਿਬ, ਸਾਡੇ ਸਾਬਕਾ ਮੁੱਖ ਮੰਤਰੀ ਨੇ, ਉਹ ਲਗਾਤਾਰ ਇਹਦੇ ਹੱਕ 'ਚ ਬੋਲ ਰਹੇ ਨੇ, ਔਰ ਕਿਹਾ ਜਾ ਰਿਹਾ ਹੈ ਕਿ ਉਹ ਇਸ ਘਟਨਾਕ੍ਰਮ ਦੇ ਪਿੱਛੇ ਉਹਨਾਂ ਦਾ ਵੀ ਥੋੜ੍ਹਾ ਜਿਹਾ ਹੱਥ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਨਾਲ ਜਿਹੜਾ ਉਹ
ਜਿਹੜੀ ਵਫਾ ਉਹਨਾਂ ਨੂੰ ਕਰਨੀ ਚਾਹੀਦੀ ਉਹ ਨਹੀਂ ਕੀਤੀ, ਸਗੋਂ ਦਗਾ ਕਰ ਰਹੇ ਨੇ ਉਹ। ਇਸ ਤਰ੍ਹਾਂ ਦਾ ਬਿਆਨ ਕੋਈ ਆਇਆ ਸੀਗਾ ਪ੍ਰਗਟ ਸਿੰਘ ਹੋਰਾਂ ਦਾ, ਤੇ ਉਹਦੇ ਜਵਾਬ ਦੇ ਵਿੱਚ ਵੀ ਅੱਜ ਜਿਹੜਾ ਇੱਕ ਸ਼ਬਦ ਯੁੱਧ ਸ਼ੁਰੂ ਹੋ ਗਿਆ ਪ੍ਰਗਟ ਸਿੰਘ ਨਾਲ ਵੀ ਕੈਪਟਨ ਸਾਹਿਬ ਦਾ। ਇਹ ਜਿਹੜੀ ਖਬਰ ਹੈ ਇਹ ਕਾਫੀ ਚਰਚਾ 'ਚ ਹੈ ਕਿ ਪੰਜਾਬ ਦੇ, ਮੈਂ ਕੱਲ੍ਹ ਵੀ ਸ਼ਬਦ ਵਰਤਿਆ ਸੀ, ਵਿਲਨ ਦਾ ਰੋਲ ਜਿਹੜਾ ਅਦਾ ਕਿਤੇ ਨਾ ਕਿਤੇ ਕੈਪਟਨ ਸਾਹਿਬ ਕਰ ਰਹੇ ਆ। ਨਾਲ ਦੀ ਨਾਲ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਉਹ ਸਾਲਸੀ ਦੀ ਭੂਮਿਕਾ ਨਿਭਾਉਣ ਨੂੰ ਤਿਆਰ ਨੇ, ਕਿਸਾਨਾਂ ਨਾਲ ਕੋਈ ਸਮਝੌਤਾ ਵੀ ਕਰਾ ਸਕਦੇ ਨੇ। ਪਰ ਦੂਜੇ ਪਾਸੇ ਅਗਰ ਇੱਦਾਂ ਦੇ ਬਿਆਨ ਦਿੰਦੇ ਨੇ ਤੇ ਇਹੋ ਜਿਹੇ ਵਿਅਕਤੀ ਨੂੰ ਤਾਂ ਸ਼ਾਇਦ ਸਾਲਸ ਵੀ ਕਿਸਾਨ ਮੰਨਣੋਂ ਇਨਕਾਰੀ ਹੋ ਜਾਣ। ਦੇਖੋ ਜੀ, ਖਸਿਆਣੀ ਬਿੱਲੀ ਖੰਭਾ ਨੋਚੇ ਵਾਲੀ ਗੱਲ ਆਪਾਂ ਕਹਿ ਸਕਦੇ ਹਾਂ ਕਿ ਹੁਣ ਉਹਨਾਂ ਕੋਲ ਕੋਈ ਮੁੱਦਾ ਨਹੀਂ ਰਿਹਾ, ਤੇ ਜਿਹੜੀ ਬੀਜੇਪੀ ਨਾਲ ਉਹਨਾਂ ਦੀ ਸਾਂਝ ਸੀਗੀ ਰਾਸ਼ਟਰਵਾਦ ਦੀ, ਉਸ ਰਾਸ਼ਟਰਵਾਦ ਨੂੰ ਹੁਣ ਪੰਜਾਬ ਦੇ ਲੋਕ ਭਲੀ ਭਾਂਤ ਸਮਝਦੇ ਆ। ਔਰ ਗਿੱਲ ਸਾਹਿਬ, ਤੁਹਾਨੂੰ ਯਾਦ ਹੋਏਗਾ ਇਤਿਹਾਸ ਕਿ ਜਦੋਂ 1947 ਵਿੱਚ ਭਾਰਤ ਦੀ ਵੰਡ ਹੋਈ ਆ, ਪਾਕਿਸਤਾਨ ਬਣਾਇਆ ਗਿਆ, ਤਾਂ ਉਸ ਵੇਲੇ ਬਹੁਤ ਜ਼ਿਆਦਤੀ ਜਿਹੜੀ ਆ ਉਹ ਭਾਰਤ ਦੇ ਲੋਕਾਂ ਨਾਲ, ਖਾਸ ਕਰਕੇ ਪੰਜਾਬ ਤੇ ਬੰਗਾਲ ਦੇ ਲੋਕਾਂ ਨਾਲ ਬਹੁਤ ਜ਼ਿਆਦਤੀ ਹੋਈ ਸੀਗੀ ਕਿ ਦੋਨਾਂ ਸੂਬਿਆਂ ਨੂੰ ਵੰਡ ਦਿੱਤਾ ਗਿਆ, ਵਿਚਕਾਰੋਂ ਇੱਕ ਲਕੀਰ ਫੇਰ ਦਿੱਤੀ ਗਈ। ਤੇ ਗੁਰਦਾਸਪੁਰ ਡਿਸਟ੍ਰਿਕਟ ਜਿਹੜਾ ਆ ਉਹ ਪਹਿਲੀ ਜਿਹੜੀ ਲਕੀਰ ਫੇਰੀ ਸੀ ਉਹਦੇ ਮੁਤਾਬਕ ਪਾਕਿਸਤਾਨ ਵਿੱਚ ਚਲਾ ਗਿਆ ਸੀਗਾ। ਮੇਰਾ ਕਿਉਂਕਿ ਹੋਮ ਡਿਸਟ੍ਰਿਕਟ ਆ, ਮੈਂ ਆਪਣੇ ਬਜ਼ੁਰਗਾਂ ਕੋਲ ਸੁਣਦਾ ਰਿਹਾ ਕਿ 2-3 ਦਿਨ ਜਿਹੜਾ ਗੁਰਦਾਸਪੁਰ ਡਿਸਟ੍ਰਿਕਟ ਆ ਉਹ ਪਾਕਿਸਤਾਨ ਕੋਲ ਰਿਹਾ। ਫਿਰ ਉਹਨਾਂ ਨੂੰ ਕਿਸੇ ਅੰਗਰੇਜ਼ ਨੇ ਸਲਾਹ ਦਿੱਤੀ ਵੀ ਜੇ ਤੁਸੀਂ ਗੁਰਦਾਸਪੁਰ ਡਿਸਟ੍ਰਿਕਟ ਪਾਕਿਸਤਾਨ ਦੇ ਵਿੱਚ ਦੇਤਾ ਤਾਂ ਜੰਮੂ ਕਸ਼ਮੀਰ ਨਾਲੋਂ ਤੁਹਾਡਾ ਲਿੰਕ ਟੁੱਟ ਜਾਣਾ ਆ, ਤੇ ਉਹ ਜੰਮੂ ਕਸ਼ਮੀਰ ਆਪਣੇ ਆਪ ਹੀ ਤੁਹਾਡੇ ਤੋਂ ਵੱਖ ਹੋ ਜਾਣਾ ਆ। ਫਿਰ ਇਹ ਹੋਇਆ ਸੀਗਾ ਕਿ ਇਧਰੋਂ ਖੇਮਕਰਨ ਵਗੈਰਾ ਜਿਹੜਾ ਸੈਕਟਰ ਹੈਗਾ, ਇਧਰੋਂ ਕੁਝ ਇਲਾਕੇ ਦੇ ਕੇ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ ਦੇ ਕੇ ਤੇ ਗੁਰਦਾਸਪੁਰ ਜਿਹੜਾ ਉਹ ਬਚਾ ਲਿਆ ਗਿਆ ਸੀਗਾ। ਉਹ ਉਸ ਵੇਲੇ ਇੱਕ ਜ਼ਿਲ੍ਹੇ ਦੀ ਗੱਲ ਸੀ ਗਿੱਲ ਸਾਹਿਬ। ਤੇ ਹੁਣ ਤੁਸੀਂ ਦੇਖੋ, ਪਠਾਨਕੋਟ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਤੇ ਗਾਂ ਫਿਰੋਜ਼ਪੁਰ, ਇਹ ਸਾਰੇ ਦੇ ਸਾਰੇ ਸਾਡੇ ਜਿਹੜੇ ਵੱਡੇ ਤੇ ਇਤਿਹਾਸਕ ਸ਼ਹਿਰ ਹੈਗੇ ਆ, ਇਹ ਸਾਰੇ ਦੇ ਸਾਰੇ ਜਿਹੜੇ ਆ ਉਹ ਸੈਂਟਰ ਦੇ ਅੰਦਰ ਆ ਗਏ, ਸੈਂਟਰ ਦੇ ਅੰਡਰ ਆ ਗਏ, ਜਾਂ ਇਦਾਂ ਕਹਿ ਲਓ ਕਿ ਅੱਧਾ ਪੰਜਾਬ ਜਿਹੜਾ ਹੈਗਾ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ। ਤੇ ਬਾਕੀ ਜਿਹੜਾ ਬਚ ਗਿਆ ਆ ਉਹਦੀ ਕੀ ਗਰੰਟੀ ਆ ਬਈ ਉਹਦੀ ਕੋਈ ਖੁਦ ਮੁਖਤਾਰੀ ਰਹੇਗੀ ਜਾਂ ਉਹਦਾ ਕੋਈ ਰਾਜ ਦਾ ਦਰਜਾ ਰਹੇਗਾ। ਸੋ ਜਿਹੜੇ ਪੰਜਾਬ ਦੇ ਲੋਕ, ਪੰਜਾਬ ਦੇ ਲੀਡਰ, ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਇਸ 50 ਕਿਲੋਮੀਟਰ ਵਾਲੀ ਸਕੀਮ ਦਾ ਵਿਰੋਧ ਕਰਦੀਆਂ, ਉਹ ਬਿਲਕੁਲ ਵਾਜਬ ਨੇ। ਔਰ ਇਹਦੇ 'ਚ ਕਾਂਗਰਸ ਪਾਰਟੀ ਵੀ ਵਿਰੋਧ ਕਰ ਰਹੀ ਆ ਤੇ ਅਕਾਲੀ ਦਲ ਜਿਹੜਾ ਆ ਉਹ ਵੀ ਵਿਰੋਧ ਕਰ ਰਿਹਾ, ਬਾਕੀ ਪਾਰਟੀਆਂ ਜਿਹੜੀਆਂ ਉਹ ਵੀ ਵਿਰੋਧ ਕਰ ਰਹੀਆਂ ਆ। ਔਰ ਅਸੀਂ ਵੀ ਇਹ ਮਹਿਸੂਸ ਕਰਦੇ ਹਾਂ ਵੀ ਇਹ ਬਿਲਕੁਲ ਸਰਾਸਰ ਜਿਹੜੀ ਆ ਜ਼ਿਆਦਤੀ ਆ ਰਾਜਾਂ ਦੇ ਨਾਲ। ਹੁਣ ਦੇਖੋ, ਅਸਾਮ ਦੇ ਵਿੱਚ ਕਿਉਂਕਿ ਬੀਜੇਪੀ ਦੀ ਗਵਰਨਮੈਂਟ ਹੈਗੀ ਆ, ਉੱਥੇ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੈ। ਜੇ ਬੋਲੇ ਆ ਤਾਂ ਬੰਗਾਲ ਵਾਲੇ ਬੋਲੇ ਆ ਜਾਂ ਪੰਜਾਬ ਵਾਲੇ ਬੋਲਦੇ ਆ। ਬੰਗਾਲ ਵਾਲਿਆਂ ਨੇ ਵੀ ਇਹ ਕਿਹਾ ਕਿਉਂਕਿ ਉੱਥੇ ਗੈਰ ਭਾਜਪਾ ਗਵਰਨਮੈਂਟ ਆ। ਇੱਥੇ ਮੈਂ ਸਮਝਦਾ ਬਈ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ, ਪਾਰਟੀਆਂ ਦੀ ਸਿਆਸਤ ਤੋਂ ਉੱਪਰ ਉੱਠ ਕੇ ਇਸ ਵੇਲੇ ਸਭ ਤੋਂ ਜ਼ਰੂਰੀ ਮਸਲਾ ਜਿਹੜਾ ਉਹ ਇਹ ਆ ਕਿ ਭਾਰਤ ਦੇ ਫੈਡਰਲ ਢਾਂਚੇ ਨੂੰ ਕਿਵੇਂ ਬਚਾਇਆ ਜਾਵੇ। ਉਹਦੇ ਵਿੱਚ ਰਾਜ ਕਿਹੜੀ ਪਾਰਟੀ ਦਾ ਆ, ਕਿਹੜੀ ਪਾਰਟੀ ਆਪੋਜੀਸ਼ਨ 'ਚ ਆ, ਇਹ ਦੇਖਣ ਦੀ ਬਜਾਏ ਇਹ ਦੇਖਣਾ ਚਾਹੀਦਾ ਕਿ ਫੈਡਰਲ ਢਾਂਚਾ ਜਿਹੜਾ ਇੰਟੈਕਟ ਰਹਿਣਾ ਚਾਹੀਦਾ। ਔਰ ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੈਗੀ ਆ, ਉਹ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਸ਼ਾਹ ਮੁਹੰਮਦ ਦਾ, ਬਈ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਤੇ ਇੱਥੋਂ ਹੋ ਗਿਆ ਹਰਨ ਹੈ ਖਾਲਸਾ ਜੀ, 14 ਹੱਥਾਂ ਦੀ ਮਾਰ ਕੇ ਜਾਣ ਛਾਲੀ। ਇਹ ਗਦਾਰ ਜਿਹੜੇ ਹੈਗੇ ਆ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਭਾਵੇਂ ਪਹਾੜਾ ਸਿੰਘ ਹੋਵੇ, ਭਾਵੇਂ ਲਾਲ ਸਿੰਘ ਹੋਵੇ, ਭਾਵੇਂ ਤੇਜਾ ਸਿੰਘ ਹੋਵੇ, ਤੇ ਭਾਵੇਂ ਕੋਈ ਹੋਰ ਹੋਵੇ, ਸਾਰੀਆਂ ਲਹਿਰਾਂ ਦੇ ਵਿੱਚ ਜਿਹੜੀ ਗਦਰ ਪਾਰਟੀ ਸੀਗੀ ਉਹਦੇ ਵਿੱਚ ਵੀ ਕਿਰਪਾਲ ਸਿੰਘ ਵਰਗੇ ਗਦਾਰ ਜਿਹੜੇ ਉਹ ਪੈਦਾ ਹੋਏ, ਬੇਲਾ ਸਿੰਘ ਵਰਗੇ। ਤੇ ਇਹ
ਨਾਲ ਨਾਲ ਚੱਲਦਾ ਹੈਗਾ। ਇਹ ਕੋਈ ਅਲੋਕਾਰ ਜਾਂ ਨਵੀਂ ਗੱਲ ਨਹੀਂ ਹੋਈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਵਿਲਨ ਬਣ ਗਏ ਨੇ, ਖਲਨਾਇਕ ਬਣ ਗਏ ਨੇ। ਔਰ ਪੰਜਾਬੀਆਂ ਦੇ, ਨਾ ਕੇਵਲ ਪੰਜਾਬੀਆਂ ਦੇ ਬਲਕਿ ਜਿਹੜਾ ਸੰਘੀ ਢਾਂਚਾ ਜਿਹਦਾ ਨਾਂ ਲੈਣ ਤੋਂ ਅਸੀਂ ਹੁਣ ਥੋੜ੍ਹਾ ਜਿਹਾ ਮਤਲਬ ਸਾਨੂੰ ਹੋਰ ਤਰ੍ਹਾਂ ਲੱਗਦਾ ਹੈਗਾ, ਫੈਡਰਲ ਢਾਂਚਾ ਜਿਹੜਾ ਹੈਗਾ ਉਹਨੂੰ ਵੀ ਢਾਹ ਲਾਉਣ ਦੇ ਵਿੱਚ ਜਿਹੜੇ ਮਦਦ ਕਰ ਰਹੇ ਆ, ਇਹਨਾਂ ਨੂੰ ਨਾ ਤਾਂ ਪੰਜਾਬ ਮਾਫ ਕਰੇਗਾ ਤੇ ਨਾ ਹੀ ਦੇਸ਼ ਦੇ ਇਨਸਾਫ ਪਸੰਦ ਲੋਕ ਮਾਫ ਕਰਨਗੇ। ਬਿਲਕੁਲ ਜੀ। ਔਰ ਜਿਹੜਾ ਇਹ ਰਜਵਾੜਿਆਂ ਦਾ ਇਤਿਹਾਸ ਹੈ ਨਾ ਜੀ, ਖਾਸ ਕਰਕੇ ਜੇ ਆਪਾਂ ਜਦੋਂ ਸਿੱਖ ਸਟੇਟ ਉੱਭਰ ਰਹੀ ਸੀ, ਮਹਾਰਾਜਾ ਰਣਜੀਤ ਸਿੰਘ ਵਾਲੀ ਮਿਸਲਾਂ ਦੇ ਵੇਲੇ ਦੀ ਵੀ ਗੱਲ ਕਰ ਲਈਏ ਆਪਾਂ, ਤੇ ਉਸ ਸਮੇਂ ਵੀ ਇਹਨਾਂ ਦਾ ਇਤਿਹਾਸ ਖਾਸ ਕਰਕੇ ਮਾਲਵੇ ਦੇ ਜਿਹੜੇ ਰਜਵਾੜੇ ਸੀ, ਛੋਟੇ ਵੱਡੇ, ਬਠਿੰਡੇ ਤੋਂ ਲੈ ਕੇ ਜਿਹੜੀ ਸਾਰੀ ਬੈਲਟ ਸੀਗੀ, ਇਹਨਾਂ ਦਾ ਇਤਿਹਾਸ ਕੋ ਬਹੁਤ ਵਧੀਆ ਨਹੀਂ ਸੀਗਾ। ਨਹੀਂ ਤਾਂ ਸਿੱਖ ਰਾਜ ਦੀ ਉਸਾਰੀ ਜਿਹੜੀ ਹੋ ਰਹੀ ਸੀ ਬਹੁਤ ਵੱਡੇ ਪੱਧਰ ਤੇ, ਉਹ ਵੀ ਗਦਾਰੀ ਕਰਕੇ ਇਹ ਲੋਕ ਜਿਹੜੇ ਆ ਉਹ ਅੰਗਰੇਜ਼ ਦੀ ਗੁਲਾਮੀ ਨੂੰ ਪਹਿਲ ਦੇ ਦਿੱਤੀ ਇਹਨਾਂ ਨੇ, ਤੇ ਨਾ ਕਿ ਸਿੱਖ ਸਟੇਟ ਉਸਾਰਨ ਵਿੱਚ ਕੋਈ ਯੋਗਦਾਨ ਦਿੱਤਾ। ਜੇ ਇਹੀ ਸਮਝੌਤੇ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਕਰਕੇ ਚੱਲਦੇ ਤੇ ਪੰਜਾਬ ਦੀ ਸ਼ਾਨ ਕੁਝ ਸ਼ਾਇਦ ਹੋਰ ਹੁੰਦੀ, ਜਿਹੜੇ ਸਮਝੌਤੇ ਉਹਨਾਂ ਨੇ ਅੰਗਰੇਜ਼ਾਂ ਨਾਲ ਕੀਤੇ। ਤੇ ਜੇ ਉਹ ਤੋਂ ਵੀ ਪਿੱਛੇ ਚੱਲ ਜਾਈਏ, ਬਾਬੇ ਆਲਾ ਸਿੰਘ ਦਾ ਵੇਲਿਆਂ ਨੂੰ ਵੀ ਵੇਖ ਲਈਏ, ਹਾਲਾਂਕਿ ਜਦੋਂ ਆਪਾਂ ਪੜ੍ਹਦੇ ਹਾਂ ਪੰਜਾਬ ਦਾ ਇਤਿਹਾਸ, ਗਿਆਨੀ ਗਿਆਨ ਸਿੰਘ ਹਰਾਂ ਦੀ ਕਿਤਾਬ ਵੀ ਜੇ ਪੜ੍ਹ ਲਈਏ, ਤਵਾਰੀਖ ਗੁਰੂ ਖਾਲਸਾ ਦੇ ਜਿਹੜੇ ਦੋਨੇ ਵੋਲੀਅਮ ਨੇ, ਉਹਦੇ ਵਿੱਚ ਵੀ ਬਾਰ-ਬਾਰ ਜ਼ਿਕਰ ਆਉਂਦਾ ਹੈ ਕਿ ਜਿਸ ਤਰੀਕੇ ਨਾਲ ਇੱਕ ਪਾਸੇ ਪੂਰੇ ਦਾ ਪੂਰਾ ਜਿਹੜੀ ਸਿੱਖ ਕੌਮ ਸੰਕਟ ਵਿੱਚ ਸੀਗੀ, ਵੱਡਾ ਘਲੂਘਾਰਾ ਹੋਇਆ, ਤੇ ਉਸ ਵੇਲੇ ਵੀ ਅਬਦਾਲੀ ਨਾਲ ਮਿਲ ਕੇ ਚੱਲਣ ਦਾ ਬਾਬੇ ਆਲਾ ਸਿੰਘ ਦਾ ਜਿਹੜਾ ਕੰਮ ਸੀਗਾ ਉਹ ਕਿਤੇ ਨਾ ਕਿਤੇ, ਕਿਉਂਕਿ ਸਿੱਖਾਂ ਨੂੰ ਉਸ ਵੇਲੇ ਰਾਹਤ ਦੀ ਲੋੜ ਹੁੰਦੀ ਸੀ ਤੇ ਇਹ ਡਿਊਲ ਪਾਲਿਸੀ ਹੁੰਦੀ ਸੀ ਇਹਨਾਂ ਦੀ, ਆਲਾ ਸਿੰਘ ਦੀ। ਉਹ ਇੱਕ ਪਾਸੇ ਇਹਨਾਂ ਦਾ ਬਚਾਅ ਵੀ ਕਰਦਾ ਸੀ, ਦੂਜੇ ਪਾਸੇ ਅਬਦਾਲੀ ਦੇ ਅਧੀਨਗੀ ਵੀ ਸਵੀਕਾਰ ਲਗਾਤਾਰ ਕਰਕੇ ਰੱਖਦਾ ਸੀਗਾ। ਇਹ ਦੇਖੋ ਜੀ, ਤੁਸੀਂ ਬਿਲਕੁਲ ਸਹੀ ਦੱਸਿਆ ਹੈਗਾ, ਇਤਿਹਾਸ ਵੱਲ ਨਿਗਾਹ ਮਾਰੀ ਆ, ਤੇ ਇਹ ਸਮਝ ਲਓ ਵੀ ਇਸ ਗੱਲ ਦਾ ਸਬੂਤ ਹੋ ਗਿਆ ਵੀ ਇਹ ਆਪਣੀ ਜਿਹੜੀ ਤਵਾਰੀਖੀ ਗੁੜਤੀ ਹੈਗੀ ਆ, ਖਾਸਾ ਵੀ ਹੁੰਦਾ ਖਾਸਾ ਜਿਹੜਾ ਹੈਗਾ ਉਹਦੇ ਮੁਤਾਬਕ ਹੀ ਇਹ ਚੱਲ ਰਹੇ ਹੈਗੇ ਆ। ਇਸ ਕਰਕੇ ਕੋਈ ਹੈਰਾਨੀ ਵਾਲੀ ਗੱਲ ਨਹੀਂ, ਪਰੰਤੂ ਫਿਰ ਵੀ ਲਾਹਨਤਾਂ ਜਿਹੜੀਆਂ ਆ ਉਹ ਲੋਕਾਂ ਨੇ ਪਾਉਣੀਆਂ ਹੀ ਪਾਉਣੀਆਂ ਆ, ਪੰਜਾਬ ਦੇ ਲੋਕਾਂ ਨੇ ਵੀ ਪਾਉਣੀਆਂ ਆ, ਤੇ ਫੈਡਰਲ ਢਾਂਚੇ ਦੇ ਹਮਾਇਤੀਆਂ ਨੇ ਵੀ ਪਾਉਣੀਆਂ ਆ। ਔਰ ਮੈਨੂੰ ਲੱਗਦਾ ਇਹ ਆ ਵੀ ਲੋਕ ਜਿਸ ਤਰੀਕੇ ਨਾਲ ਹੁਣ ਖਾਸ ਕਰਕੇ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਜਿੱਦਾਂ ਜਾਗਰਤ ਹੋਏ ਆ, ਜਿਹਦੇ ਵਿੱਚ ਪਹਿਲੀਆਂ ਲਹਿਰਾਂ ਦਾ ਹਿੱਸਾ ਤਾਂ ਹੈਗਾ, ਜਿਹੜੀ ਵਰਤਮਾਨ ਕਿਸਾਨ ਲਹਿਰ ਹੈਗੀ ਆ, ਜਿਹੜਾ ਕਿਸਾਨ ਅੰਦੋਲਨ ਹੈ, ਇਹਦਾ ਬਹੁਤ ਵੱਡਾ ਹੱਥ ਆ ਕਿ ਲੋਕ ਹੁਣ ਬਹੁਤ ਛੇਤੀ ਸਮਝ ਜਾਂਦੇ ਆ। ਲੋਕ ਜਿਹੜੇ ਜਿੱਦਾਂ ਕਿ ਪ੍ਰੋਫੈਸਰ ਇੱਕ ਨੇ ਕਿਹਾ ਸੀਗਾ ਕਿ ਜਿਹੜੇ ਸਿੰਘੂ ਬਾਰਡਰ, ਟਿੱਕਰੀ ਬਾਰਡਰ ਤੇ ਸ਼ਾਹਜਹਾਨਪੁਰ ਬਾਰਡਰ ਨੇ ਨਾ, ਇਹ ਅੱਜ ਕੱਲ੍ਹ ਗਿਆਨ ਦੀਆਂ ਯੂਨੀਵਰਸਿਟੀਆਂ ਨੇ। ਸੋ ਇਹ ਜਿਹੜੇ ਉਹਦੇ ਵਿੱਚ ਉੱਥੇ ਲੋਕ ਸ਼ਾਮਲ ਨੇ, ਉਹ ਸਾਰੇ ਦੇ ਸਾਰੇ ਬੜੇ ਸੁਚੇਤ ਨੇ, ਬੜੀ ਛੇਤੀ ਗੱਲ ਨੂੰ ਸਮਝਦੇ ਆ। ਔਰ ਮੇਰੀ ਇਹ ਇੱਛਾ ਵੀ ਹੈ ਤੇ ਇਹ ਸਮੇਂ ਦੀ ਲੋੜ ਵੀ ਆ ਬਈ ਦੇਸ਼ ਭਰ ਦੇ ਵਿੱਚ ਇਸ 50 ਕਿਲੋਮੀਟਰ ਵਾਲੀ ਪੱਟੀ ਦਾ ਜਿਹੜਾ ਹੈ ਉਹ ਡਟ ਕੇ ਵਿਰੋਧ ਕੀਤਾ ਜਾਵੇ। ਔਰ ਜਿਹੜਾ ਕੇਂਦਰੀਕਰਨ ਆ ਸ਼ਕਤੀਆਂ ਦਾ ਕੀਤਾ ਜਾ ਰਿਹਾ, ਉਹਨੂੰ ਜੇ ਅੱਗੇ ਨਹੀਂ ਵਧਾਇਆ ਜਾ ਜਿਹੜਾ ਫੈਡਰਲ ਢਾਂਚਾ ਜੇ ਉਹਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ, ਤਾਂ ਜੋ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨਸ ਹੈਗੀਆਂ ਉਹਨਾਂ ਨੂੰ ਜ਼ਰੂਰ ਕਾਇਮ ਰੱਖਣ ਦੀ ਗੱਲ ਜਿਹੜੀ ਆ ਉਹ ਸਾਰੇ ਲੋਕਾਂ ਨੂੰ ਕਰਨੀ ਚਾਹੀਦੀ ਆ। ਇਹਦੇ ਵਿੱਚ ਹੀ ਲੋਕਾਂ ਦਾ ਭਲਾ ਆ, ਇਹਦੇ ਵਿੱਚ ਹੀ ਦੇਸ਼ ਦਾ ਭਲਾ ਆ ਜੀ। ਜੋ ਬਚਾ ਖੁਚਾ ਹੈ ਜੀ ਉਹ ਹੀ ਆਪਾਂ ਬਚਾ ਲਈਏ ਤੇ ਉਹ ਬੜੀ ਵੱਡੀ ਗੱਲ ਆ। ਉਹਦੇ ਲਈ ਕਿਸਾਨ ਜੂਝ ਰਹੇ ਆ। ਮੈਨੂੰ ਇੱਕ ਤੁਹਾਡੀ ਗੱਲਾਂ ਬਾਤਾਂ ਤੋਂ ਵੀ ਧਿਆਨ ਆ ਰਿਹਾ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹ ਗਿਆਨ ਦੀਆਂ ਯੂਨੀਵਰਸਿਟੀਆਂ ਬਣ ਗਈਆਂ ਨੇ, ਅੰਦੋਲਨ ਦੇ ਜਿਹੜੇ ਅਖਾੜੇ ਬਣੇ ਹੋਏ ਨੇ। ਸੱਚੀ ਗੱਲ ਤੇ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ, ਇਹਨਾਂ ਨੂੰ ਪੜ੍ਹਿਆ ਲਿਖਿਆ ਤੇ ਇੱਕ ਜਾਗਰੂਕ ਵਿਅਕਤੀ ਵਜੋਂ ਵੇਖਿਆ ਜਾਂਦਾ। ਕੁਝ ਕਿਤਾਬਾਂ ਦੇ ਲੇਖਕ ਵੀ ਨੇ, ਇਤਿਹਾਸਕ ਤੌਰ ਤੇ ਕੁਝ ਕਿਤਾਬਾਂ ਇਹਨਾਂ ਨੇ ਲਿਖੀਆਂ ਨੇ ਜਿਹਦਾ ਸਵਾਗਤ ਵੀ ਪੰਜਾਬੀ ਕਰਦੇ ਰਹੇ ਨੇ। ਔਰ ਇਹੋ ਜਿਹੇ ਜਿਹੜੇ ਪੜ੍ਹੇ ਲਿਖੇ ਲੋਕ ਨੇ, ਹੈਰਾਨੀ ਉਦੋਂ ਹੁੰਦੀ ਆ ਕਿ ਜਦੋਂ ਇਹਨਾਂ ਦੇ ਅੰਦਰ ਉਹ ਚਾਨਣ ਵੀ ਹੁੰਦਾ, ਇਤਿਹਾਸ ਦੀ ਜਾਣਕਾਰੀ ਵੀ ਹੁੰਦੀ ਆ, ਸਭ ਕੁਝ ਜਾਣ ਬੁੱਝ ਕੇ ਵੀ ਇਹਨਾਂ ਦਾ ਰੋਲ ਜਿਹੜਾ ਆ ਉਹ ਭਾੜਾ ਸਿੰਘ ਵਾਲਾ ਜਦੋਂ ਹੋ ਜਾਂਦਾ ਨਾ ਜੀ, ਉਦੋਂ ਦੁੱਖ ਹੁੰਦਾ। ਤੇ ਜਿਹੜੇ ਵਿਅਕਤੀ ਬਹੁਤੇ ਪੜ੍ਹੇ ਲਿਖੇ ਨਹੀਂ, ਉਹ ਪੰਜਾਬ ਦੀਆਂ ਸਮੱਸਿਆਵਾਂ ਨੂੰ, ਪੰਜਾਬ ਦੇ ਵਿਰਸੇ ਨੂੰ, ਪੰਜਾਬ ਦੇ ਸੱਭਿਆਚਾਰ ਨੂੰ, ਪੰਜਾਬ ਦੇ ਸਵੈਮਾਣ ਨੂੰ ਆਪਣੀ ਜ਼ਿੰਦਗੀ 'ਚ ਨਾਲੋਂ ਨਾਲ ਲੈ ਕੇ ਚੱਲਦੇ ਆ। ਉਹ ਫਿਰ ਇਹੋ ਜਿਹੀਆਂ ਪੜ੍ਹਾਈਆਂ ਨੂੰ ਵੀ ਕੀ ਕਰਨਾ ਜੀ, ਉਹਦੇ ਨਾਲ ਤਾਂ ਫਿਰ ਉਹ ਲੱਖ ਦਰਜਾ ਬਿਹਤਰ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ। ਬਿਲਕੁਲ ਜੀ। ਜਿਹੜੀ ਪੜ੍ਹਾਈ ਦੋ ਕਿਸਮ ਦੀ ਆ ਗਿੱਲ ਸਾਹਿਬ। ਇੱਕ ਹੈਗੀ ਆ
ਜਿਹੜੀਆਂ ਤੁਸੀਂ ਡਿਗਰੀਆਂ ਲੈਂਦੇ ਆ ਉਹ ਪੜ੍ਹਾਈ ਹੈਗੀ ਆ। ਦੂਜੀ ਪੜ੍ਹਾਈ ਹੈਗੀ ਆ ਲੋਕ ਸੇਵਾ ਦੀ ਪੜ੍ਹਾਈ, ਕਿ ਲੋਕਾਂ ਦੀ ਸੇਵਾ ਕਿੱਦਾਂ ਕਰਨੀ ਆ। ਇਹ ਜਿਹੜੀ ਪੜ੍ਹਾਈ ਹੈਗੀ ਆ ਇਹ ਡਿਗਰੀਆਂ ਵਾਲੀ ਪੜ੍ਹਾਈ ਆ, ਔਰ ਲੋਕਾਂ ਦੀ ਸੇਵਾ ਵਾਲੀ ਪੜ੍ਹਾਈ ਨਹੀਂ ਹੈ। ਲੋਕਾਂ ਦੀ ਸੇਵਾ ਕਰਨ ਦਾ ਇੱਕ ਕਨਫਿਊਸ਼ੀਅਸ ਸੀਗਾ ਜੀ, ਵਿਦਵਾਨ ਚੀਨ ਦਾ, ਤੇ ਉਹਨੂੰ ਨਾ ਕਹਿੰਦੇ ਵੀ ਤੁਹਾਨੂੰ ਨਾ ਇੱਕ ਸ਼ਹਿਰ ਦਾ ਮੁਖੀਆ ਬਣਾ ਦੇਣਾ ਹੈਗਾ, ਮੇਅਰ ਕਹਿ ਲਓ ਜਾਂ ਮਤਲਬ ਸ਼ਹਿਰ ਦਾ ਰਾਜਾ ਕਹਿ ਲਓ। ਤੇ ਉਹ ਕਹਿੰਦਾ ਵੀ ਮੈਂ ਤਾਂ ਕੋਈ ਹੈ ਨਹੀਂ, ਕੁਆਲੀਫਾਈ ਕਰਦਾ ਨਹੀਂਗਾ, ਤੇ ਮੈਂ ਕੋਈ ਇਦਾਂ ਦਾ ਰਾਜ ਕਿੱਦਾਂ ਕਰਾਂਗਾ। ਤੇ ਉਹਨੇ ਕਹਿੰਦੇ ਜੀ ਫਿਰ ਜਦੋਂ ਰਾਜ ਚਲਾਇਆ ਨਾ, ਤੇ ਉਹ ਜਿਹੜੀ ਸ਼ਹਿਰ ਦੀ ਆਮਦਨ ਸੀਗੀ ਉਹ ਬਹੁਤ ਵੱਧ ਗਈ। ਉਹ ਕਹਿੰਦੇ ਵੀ ਇਹ ਤੂੰ ਕਿੱਦਾਂ ਕੀਤਾ। ਕਹਿੰਦਾ ਜੀ ਗੱਲ ਇਦਾਂ ਆ ਭਈ ਜਦੋਂ ਖਜ਼ਾਨੇ ਵੱਲ ਨੂੰ ਲੋਕ ਆਉਂਦੇ ਸੀਗੇ ਉਦੋਂ ਉਹਨਾਂ ਦੀ ਤਲਾਸ਼ੀ ਲਈ ਜਾਂਦੀ ਸੀਗੀ, ਤੇ ਜਦੋਂ ਵਾਪਸ ਜਾਂਦੇ ਸੀਗੇ ਉਦੋਂ ਵੀ ਤਲਾਸ਼ੀ ਲਈ ਜਾਂਦੀ ਸੀਗੀ, ਤੇ ਨਾ ਕੋਈ ਬੇਈਮਾਨੀ ਕੀਤੀ ਤੇ ਨਾ ਕਿਸੇ ਨੂੰ ਕਰਨ ਦਿੱਤੀ। ਸੋ ਇਸ ਕਰਕੇ ਜਿਹੜੀ ਲੋਕ ਪੱਖੀ ਸੇਵਾ ਕਰਨ ਵਾਲੀ ਗੱਲ ਹੁੰਦੀ ਹੈਗੀ ਆ ਉਹ ਕਨਫਿਊਸ਼ੀਅਸ ਤੋਂ ਸਿੱਖਣੀ ਚਾਹੀਦੀ ਆ। ਔਰ ਕਨਫਿਊਸ਼ੀਅਸ ਨੇ ਇੱਕ ਹੋਰ ਵੀ ਗੱਲ, ਗਿੱਲ ਸਾਹਿਬ ਉਹਦਾ ਮੈਨੂੰ ਯਾਦ ਆ ਗਿਆ, ਕਹੀ ਸੀਗੀ। ਕਹਿੰਦਾ ਵੀ ਤੁਸੀਂ ਇਹ ਮਤ ਸੋਚੋ ਕਿ ਤੁਹਾਨੂੰ ਕੁਝ ਲੋਕ ਚੰਗਾ ਕਹਿੰਦੇ ਆ, ਕੁਝ ਲੋਕ ਮਾੜਾ ਕਹਿੰਦੇ ਆ। ਕਹਿੰਦਾ ਜਿਹੜੇ ਚੰਗੇ ਲੋਕ ਆ ਨਾ ਉਹ ਤੁਹਾਡੇ ਕੰਮਾਂ ਦੀ ਸਰਾਹਨਾ ਕਰਨਗੇ, ਤੁਹਾਨੂੰ ਚੰਗੇ ਕਹਿਣਗੇ, ਤੇ ਜਿਹੜੇ ਬੁਰੇ ਲੋਕ ਹੈਗੇ ਆ ਉਹਨਾਂ ਨੇ ਤੁਹਾਨੂੰ ਬੁਰੇ ਕਹਿਣਾ। ਇਸ ਕਰਕੇ ਤੁਸੀਂ ਜਿਹੜੇ ਲੋਕ ਹਿਤੈਸ਼ੀ ਕੰਮ ਆ, ਲੋਕਾਂ ਦੇ ਹੱਕ 'ਚ ਜਾਣ ਵਾਲੇ ਕੰਮ ਆ, ਉਹ ਕਰਦੇ ਰਹੋ ਤੇ ਤੁਹਾਨੂੰ ਲੋਕ ਯਾਦ ਕਰਦੇ ਰਹਿਣਗੇ। ਤੇ ਜਿਹੜੇ ਵੀ ਲੋਕ ਸੇਵਾ ਦੇ ਵਿੱਚ ਤੁਰੇ ਆ, ਲੋਕ ਜਿਨ੍ਹਾਂ ਨੇ ਲੋਕਾਂ ਦੀ ਸੇਵਾ ਲਈ ਕੀਤਾ ਹੈਗਾ। ਪਾਂਡੀ ਪਾਤਸ਼ਾਹ ਕਵਿਤਾ ਤੁਸੀਂ ਪੜ੍ਹੀ ਹੋਣੀ ਆ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਹੜਾ ਕਾਲ ਪਿਆ ਸੀਗਾ, ਜੀ ਜੀ ਵਿਧਾਤਾ ਸਿੰਘ ਤੀਰ ਨੇ ਉਹ ਕਵਿਤਾ ਲਿਖੀ ਹੈਗੀ ਆ, ਇੱਕ ਵੇਲਾ ਐਸਾ ਵੀ ਆਇਆ ਇਸ ਧਰਤੀ ਤੇ ਕਿ ਦਾਣੇ ਦਾਣੇ ਨੂੰ ਤਰਸ ਗਏ। ਤੇ ਉਹ ਰਾਜਾ ਜਿਹੜਾ ਆ ਉਹ ਇੱਕ ਬਜ਼ੁਰਗ ਬੰਦੇ ਦੀ ਪੰਡ ਚੁੱਕ ਕੇ ਉਹਦੇ ਘਰ ਸੁੱਟਣ ਜਾਂਦਾ ਆ। ਜੀ ਕਿਉਂ ਬਿਲਕੁਲ ਯਾਦ ਕੀਤਾ ਜਾਂਦਾ ਆ? ਕਿਉਂਕਿ ਉਹ ਲੋਕ ਸੇਵਕ ਸਾਬਤ ਹੋਇਆ। ਤੇ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਬਈ ਨਿਆਣੇ ਬੇਰੀ ਨੂੰ ਵੱਟੇ ਮਾਰਦੇ ਸੀਗੇ ਤੇ ਵੱਟਾ ਮਹਾਰਾਜੇ ਦੇ ਜਾ ਵੱਜਿਆ, ਤੇ ਉਹਨੇ ਬੱਚਿਆਂ ਨੂੰ ਸੱਦ ਕੇ ਤੇ ਜਿਹੜੀਆਂ ਮੋਹਰਾਂ ਦਿੱਤੀਆਂ। ਉਹ ਕਹਿੰਦੇ ਵੀ ਇਹ ਕੀ ਕੀਤਾ ਤੁਸੀਂ? ਉਹ ਕਹਿੰਦਾ ਦੇਖੋ ਜੀ ਗੱਲ ਇਹ ਆ, ਇਹ ਬੇਰੀ ਨੂੰ ਵੱਟਾ ਮਾਰਦੇ ਸੀਗੇ ਤੇ ਇਹਨਾਂ ਨੂੰ ਬੇਰ ਮਿਲਦੇ ਸੀਗੇ, ਤੇ ਹੁਣ ਵੱਟਾ ਇਹਨਾਂ ਦਾ ਵੱਜਾ ਹੈਗਾ ਮਹਾਰਾਜੇ ਨੂੰ, ਉਹਨਾਂ ਨੂੰ ਕੁਝ ਵੱਧ ਹੀ ਮਿਲਣਾ ਚਾਹੀਦਾ। ਸੋ ਜਿਹੜੇ ਗਦਾਰ ਆ ਜੀ ਉਹਨਾਂ ਨੇ ਗਦਾਰੀ ਕਰਨੀ ਆ, ਜਿਹੜੇ ਲੋਕ ਸੇਵਕ ਆ ਉਹਨਾਂ ਨੇ ਸੇਵਾ ਕਰਨੀ ਆ। ਅੱਛਾ, ਆਪਾਂ ਗੱਲਾਂ ਜਦੋਂ ਕਾਰਪੋਰੇਟ ਦੀਆਂ ਕਰਦੇ ਆ ਤੇ ਜਿਸ ਤਰੀਕੇ ਨਾਲ ਮਿਲੀ ਭੁਗਤ ਸਰਕਾਰਾਂ ਚਲਾਉਂਦੀਆਂ ਨੇ, ਇੱਕ ਖਬਰ ਮੇਰੀ ਨਜ਼ਰ 'ਚ ਆ ਰਹੀ, BBC ਨੇ ਇਹ ਖਬਰ ਲਾਈ ਆ ਕਿ ਇੱਕ ਹੋਰ ਗੁਜਰਾਤੀ ਆ ਜੀ, ਉਹਦਾ ਨਾਂ ਰਕੇਸ਼ ਜੁੰਝੁਨਵਾਲਾ। ਉਹ ਇੱਕ ਐਸਾ ਵਿਅਕਤੀ ਆ, ਕਹਿੰਦੇ ਸ਼ੇਅਰ ਮਾਰਕੀਟ 'ਚ ਉਹਦਾ ਬੜਾ ਦਬਦਬਾ ਆ। ਉਹਦਾ ਇੱਕ ਕਦਮ ਚੁੱਕ ਲੈਂਦਾ ਤੇ ਸਾਰੇ ਬਾਜ਼ਾਰ 'ਚ ਹਲਚਲ ਜਿਹੜੀ ਆ ਹੋ ਜਾਂਦੀ ਆ। ਤੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਆ ਮੋਦੀ ਸਾਹਿਬ, ਉਹਦੇ ਬੜੇ ਵੱਡੇ ਮੁਰੀਦ ਹੈ। ਤੇ ਉਹਨਾਂ ਨੇ 5 ਅਕਤੂਬਰ ਨੂੰ ਉਹਨਾਂ ਨੇ ਆਪਣੀ ਵਾਈਫ ਜਿਹੜੀ ਆ ਰੇਖਾ ਜੁੰਝੁਨਵਾਲਾ, ਉਹਦੇ ਨਾਲ ਦੋਨਾਂ ਨੇ ਆ ਕੇ ਪ੍ਰਧਾਨ ਮੰਤਰੀ ਨੂੰ ਮਿਲੇ ਨੇ, ਕੁਝ ਗੱਲਾਂ ਬਾਤਾਂ ਹੋਈਆਂ। ਤੇ ਦਿਨ ਅਜੇ ਕਿੰਨੇ ਹੋਏ ਜੀ, ਤੇ 11 ਅਕਤੂਬਰ ਨੂੰ ਇਹ ਵੀ ਖਬਰ ਆ ਗਈ ਕਿ ਰਕੇਸ਼ ਜੁੰਝੁਨਵਾਲਾ ਜਿਹੜੇ ਨੇ ਉਹਨਾਂ ਦੀ ਇੱਕ ਏਅਰਲਾਈਨ ਸ਼ੁਰੂ ਹੋ ਰਹੀ ਆ ਜੀ, ਆਕਾਸ਼ਾ ਏਅਰ। ਤੇ ਉਹ ਏਅਰਲਾਈਨ ਜਿਹੜੀ ਆ ਉਹ ਇਹਨਾਂ ਗਰਮੀਆਂ 'ਚ ਜਿਹੜੇ ਆ ਉਹ ਆਪਣੇ ਫਲਾਈਟਾਂ ਸ਼ੁਰੂ ਕਰ ਦੇਗੀ। ਯਾਨੀ ਕਿ ਕਿੰਨੀ ਨੇੜਤਾ ਸਾਡੇ ਪ੍ਰਧਾਨ ਮੰਤਰੀ ਦੀ ਇਹਨਾਂ ਵਿਅਕਤੀਆਂ ਦੇ ਨਾਲ ਆ, ਜਿਹੜੇ ਦੇਸ਼ ਲਈ ਇੱਕ ਕਿਸਮ ਦੇ ਲੋਟੂ ਟੋਲਾ ਬਣ ਕੇ ਸਾਹਮਣੇ ਆ ਰਹੇ ਨੇ। ਤੇ ਖਾਸ ਕਰਕੇ ਗੁਜਰਾਤੀ ਟੀਮਾਂ ਜਿਹੜੀਆਂ ਨੇ ਉਹ ਵੱਧ ਤੋਂ ਵੱਧ ਅੱਗੇ ਆ ਰਹੀਆਂ ਨੇ। ਸਮਝ ਨਹੀਂ ਆ ਰਹੀ ਕਿ ਇੱਕ ਦੇਸ਼ ਨੂੰ ਕਿੱਧਰ ਨੂੰ ਲੈ ਕੇ ਜਾਇਆ ਜਾ ਰਿਹਾ। ਇਹ ਜਿਹੜਾ ਰਕੇਸ਼ ਜੁੰਝੁਨਵਾਲਾ ਹੈ ਨਾ ਜੀ, ਇਹ ਕਿੰਗ ਹੈਗਾ ਜਿਹੜੀ ਸ਼ੇਅਰ ਮਾਰਕੀਟ ਹੈਗੀ ਆ। ਹਾਂਜੀ। ਤੇ ਇੱਕ ਦਿਨ ਇੱਕ ਤੁਸੀਂ ਤਸਵੀਰਾਂ ਦੇਖੀਆਂ ਹੋਣਗੀਆਂ, ਇਹ ਬੈਠਾ ਆ ਤੇ ਮੋਦੀ ਸਾਹਿਬ ਉਹਦੇ ਸਾਹਮਣੇ ਖੜੇ ਆ। ਮਤਲਬ ਇੱਕ ਤਸਵੀਰ ਜਿਹੜੀ ਉਹ ਬੜੀ ਵਾਇਰਲ ਹੋਈ ਆ। ਸੋ ਇਹ ਆ ਜੀ ਵੀ ਅੰਬਾਨੀਆਂ ਦੇ ਸਾਹਮਣੇ ਖਲੋਂਦੇ ਆ ਜੀ, ਅੰਬਾਨੀਆਂ ਦੇ ਪਰਿਵਾਰ ਦੇ ਸਾਹਮਣੇ ਵੀ ਇਦਾਂ ਹੀ ਹੱਥ ਜੋੜ ਕੇ ਖੜੇ ਹੁੰਦੇ ਆ। ਸਮਝ ਨਹੀਂ ਆਉਂਦੀ ਕਿ ਇਹੋ ਜਿਹਾ ਪ੍ਰਧਾਨ ਮੰਤਰੀ ਕਿੱਥੋਂ ਭਾਰਤ ਦੇ ਪੱਲੇ ਪੈ ਗਿਆ ਜੀ। ਉਹਨਾਂ ਦੇ ਮਾਲਕ ਜੋ ਹੋਏ ਉਹਨਾਂ ਕੋਲੋਂ ਜਿਹੜੀਆਂ ਉਹਨਾਂ ਨੇ ਥੈਲੀਆਂ ਲਈਆਂ ਹੈਗੀਆਂ, ਜਿਹੜੇ ਜੋ ਕੁਛ ਲਿਆ ਹੈਗਾ, ਜਿਨ੍ਹਾਂ ਦੇ ਸਿਰ ਤੇ ਚੋਣਾਂ ਜਿੱਤੀਆਂ ਆ, ਚੋਣਾਂ ਲੜੀਆਂ ਆ,
ਤੇ ਅਰਬਾਂ ਦੇ ਹਿਸਾਬ ਨਾਲ ਰੁਪਈਏ ਜਿਹੜੇ ਹੈਗੇ ਆ ਉਹਨਾਂ ਕੋਲ ਲਏ ਆ, ਤੇ ਫਿਰ ਉਹਨਾਂ ਅੱਗੇ ਝੁਕਣਾ ਹੀ ਪੈਣਾ ਨਾ, ਉਹਨਾਂ ਅੱਗੇ ਸਵੈਮਾਨ ਨਾਲ ਤਾਂ ਨਹੀਂ ਨਾ ਖੜੇ ਹੋ ਸਕਦੇ। ਸੋ ਇਸ ਕਰਕੇ ਇਹ ਕਿਹੜੇ ਪੋਰਸ ਦੇ ਵਾਰਸ ਆ ਵੀ ਜਿਹੜੇ ਜੁਰਤ ਰੱਖਣਗੇ, ਅਣਖ ਰੱਖਣਗੇ। ਇਹਨਾਂ ਨੇ ਤੇ ਸਾਰਾ ਕੁਝ ਵੇਚ ਛੱਡਿਆ, ਦੇਸ਼ ਹੀ ਵੇਚ ਛੱਡਿਆ, ਆਪਣੀ ਅਣਖ ਆਬਰੂ ਜਿਹੜੀ ਆ ਉਹ ਵੀ ਵੇਚ ਛੱਡੀ ਆ। ਔਰ ਇਹ ਹੁਣ ਉਹਨਾਂ ਜੁਨੂ ਵਾਲਿਆਂ ਦੇ ਸਾਹਮਣੇ ਇਹਨਾਂ ਨੇ ਇਸੇ ਤਰ੍ਹਾਂ ਖੜੇ ਹੋਣਾ ਜੀ, ਉਹਨਾਂ ਨੂੰ ਲਾਭ ਪਹੁੰਚਾਉਣੇ ਨੇ। ਤੇ ਇਹ ਕੋਈ ਅਨਹੋਣੀ ਗੱਲ ਨਹੀਂ ਹੈ, ਪਰ ਹੈ ਇਹ ਮਾੜੀ ਗੱਲ ਜੀ। ਹੁਣ ਥੋੜ੍ਹੀ ਜਿਹੀ ਆਪਾਂ ਕਿਸਾਨ ਅੰਦੋਲਨ ਦੀ ਵੀ ਗੱਲ ਕਰ ਲਈਏ। ਕਾਲੂ ਸਾਹਿਬ, ਲਖੀਮਪੁਰ ਖੇੜੀ ਦੀ ਜਿਹੜੀ ਘਟਨਾ ਹੋਈ ਸੀਗੀ, ਜਿਸ ਤਰੀਕੇ ਦਾ ਬੇਸ਼ਰਮੀ ਦਾ ਰੋਲ ਅਦਾ ਕੀਤਾ ਉੱਥੋਂ ਦੀ ਸਥਾਨਕ ਪੁਲਿਸ ਨੇ, ਤੇ ਉਦੋਂ ਵੀ ਵੱਡਾ ਢੀਠਤਾਈ ਤੇ ਨਿਕੰਮੇਪਣ ਦਾ ਮੁਜ਼ਾਹਰਾ ਕੀਤਾ ਜਿਹੜੀ ਹਾਕਮ ਪਾਰਟੀ ਹੈ ਬੀਜੇਪੀ। ਜੇ ਕੁਝ ਮਾੜਾ ਮੋਟਾ ਦਖਲਅੰਦਾਜ਼ੀ ਸੁਪਰੀਮ ਕੋਰਟ ਦੀ ਨਾ ਹੁੰਦੀ ਤੇ ਨੰਗੇ ਚਿੱਠੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਕਿ ਕਿਸਾਨ ਹੀ ਇਹਦੇ ਵਿੱਚ ਦੋਸ਼ੀ ਨੇ। ਤੇ ਹੁਣ ਕੀ ਹੋ ਰਿਹਾ ਆ ਕਿ ਭਾਵੇਂ ਉਹਨੂੰ ਪੁਲਿਸ ਰਿਮਾਂਡ ਨਹੀਂ ਮਿਲਿਆ, ਪਰ ਪੁਲਿਸ ਦੀਆਂ ਕੁਝ ਕਾਰਵਾਈਆਂ ਹੁੰਦੀਆਂ, ਕਿਉਂਕਿ ਹੁਣ ਮਾਮਲਾ ਹੋ ਗਿਆ ਕੋਰਟ ਦੀ ਨਿਗਰਾਨੀ ਹੇਠ। ਹਾਲਾਂਕਿ ਉਹ ਇੱਕ ਰਿਟਾਇਰ ਜੱਜ ਦੀ ਨਿਗਰਾਨੀ ਹੇਠ ਹੀ ਹੋ ਰਿਹਾ, ਫਿਰ ਵੀ ਕੋਈ ਨਾ ਕੋਈ ਜਿਹੜੀਆਂ ਲੋੜਾਂ ਹੁੰਦੀਆਂ ਕਾਨੂੰਨ ਦੀਆਂ, ਖਾਨਾਪੂਰੀ ਦੀਆਂ, ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ। ਕਿਹਾ ਜਾਂਦਾ ਹੈ ਕਿ ਅੱਜ ਉਹਨਾਂ ਤਿੰਨਾਂ ਹੀ ਦੋਸ਼ੀਆਂ ਨੂੰ ਘਟਨਾ ਸਥਾਨ ਤੇ ਲਿਆਂਦਾ ਗਿਆ ਸੀ। ਤੁਹਾਨੂੰ ਯਾਦ ਹੋਣਾ ਪਿੱਛੇ ਜੇ ਇੱਕ ਰੇਪ ਹੋਇਆ ਸੀ ਤੇ ਘਟਨਾ ਸਥਾਨ ਤੇ ਲਿਆਂਦੇ ਸੀ ਦੋਸ਼ੀ, ਤੇ ਪੁਲਿਸ ਨੇ ਮੁਕਾਬਲਾ ਬਣਾ ਕੇ ਉਹ ਪੰਜੇ ਦੇ ਪੰਜੇ ਸ਼ਾਇਦ ਉੱਥੇ ਮਾਰ ਦਿੱਤੇ ਸੀ ਮੌਕੇ ਤੇ, ਜਿਹਦਾ ਬੜਾ ਵੱਡਾ ਵਿਰੋਧ ਹੋਇਆ ਸੀ। ਉਹ ਜਿਹੜਾ ਪੁਲਿਸ ਅਫਸਰ ਸੀ ਉਹਦੇ ਅੱਗੇ ਨਾਂ ਲੱਗਦਾ ਸੀ ਕਿ ਉਹ ਅੱਗੇ ਵੀ ਇਹੋ ਜਿਹੇ ਕਾਰਨਾਮੇ ਕਰਦਾ ਰਿਹਾ। ਇਹੋ ਜਿਹਾ ਪੁਲਿਸ ਅਫਸਰ ਪਤਾ ਨਹੀਂ ਕਿਉਂ ਨਹੀਂ ਲੱਭਦਾ ਇਸ ਵੇਲੇ ਤੇ, ਕਿ ਜਦੋਂ ਇਨਸਾਫ ਫੌਰੀ ਤੌਰ ਤੇ ਲੋਕਾਂ ਨੂੰ ਚਾਹੀਦਾ ਹੁੰਦਾ, ਉਹੋ ਜਿਹੇ ਇਨਸਾਫ ਨੂੰ ਆਪਾਂ ਭਾਵੇਂ ਨਹੀਂ ਠੀਕ ਸਮਝਦੇ, ਪਰ ਲੋਕਾਂ ਦਾ ਜਿਹੜਾ ਗੁੱਸਾ ਤੇ ਰੋਹ ਆ ਘੱਟੋ ਘੱਟ ਉਹ ਸ਼ਾਂਤ ਹੋਣਾ ਜ਼ਰੂਰੀ ਹੈ। ਸੋ ਅੱਜ ਉਹਨਾਂ ਨੂੰ ਲਿਆਂਦਾ ਗਿਆ, ਉੱਥੇ ਡੰਮੀ ਜਿਹੜੀ ਉਹ ਡਰਿਲ ਕਰਦੇ ਹੁੰਦੇ ਉਹ ਵੀ ਕੀਤੀ, ਕੁਝ ਇੱਕ ਉਸ ਤਰ੍ਹਾਂ ਹੀ ਲਾਸ਼ਾਂ ਵਿਛਾ ਕੇ ਦਿਖਾਈਆਂ ਗਈਆਂ, ਤੇ ਉਹਨਾਂ ਕੋਲੋਂ ਕੁਛ ਨਾ ਕੁਝ ਉਗਲਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਹ ਬੜੇ ਪੱਕੇ ਜਿਹੜੇ ਨੇ ਉਹ ਕ੍ਰਿਮੀਨਲ ਵਿਅਕਤੀ ਨੇ, ਨਾਲ ਉਹਨਾਂ ਨੂੰ ਸ਼ਹਿ ਆ, ਬਾਪ ਜਿਹਦਾ ਹੋਮ ਮਿਨਿਸਟਰ ਹੋਵੇ, ਭਾਵੇਂ ਸਟੇਟ ਹੋਮ ਮਿਨਿਸਟਰ ਹੀ ਆ, ਤੇ ਉਹਨੂੰ ਕਿਸੇ ਗੱਲ ਦੀ ਕੀ ਪਰਵਾਹ, ਉਹ ਧਾੜਾਂ ਦੀਆਂ ਧਾੜਾਂ ਵਕੀਲ ਨਾਲ ਲਈ ਫਿਰਦੇ ਨੇ, ਤੇ ਵਕੀਲਾਂ ਨੇ ਉਹਨਾਂ ਨੂੰ ਭਾੜਾ ਪੜਾਇਆ ਕਿ ਤੁਸੀਂ ਆਪਣੇ ਮੂੰਹੋਂ ਕੁਛ ਨਹੀਂ ਬੋਲਣਾ, ਇਹੋ ਹੀ ਕਹਿਣਾ ਹੈ ਕਿ ਮੇਰਾ ਵਕੀਲ ਜਵਾਬ ਦੇਗਾ। ਸੋ ਉਹ ਚੁੱਪ ਰਹੇ ਤਿੰਨੇ ਦੇ ਤਿੰਨੇ ਵਿਅਕਤੀ। ਉਹਨਾਂ ਨੇ ਕੋਈ ਗੱਲਬਾਤ ਜਿਹੜੀ ਆ ਨਾ ਪ੍ਰੈਸ ਨੂੰ ਦਿੱਤੀ ਆਪਣੀ ਜਾਣਕਾਰੀ, ਤੇ ਨਾ ਹੀ ਪੁਲਿਸ ਨੂੰ ਕੋਈ ਉਹਨਾਂ ਨੇ ਜਵਾਬ ਦਿੱਤੇ। ਤੇ ਹੁਣ ਦੇਖਦੇ ਹਾਂ ਕਿ ਅਗਲੀ ਕਾਰਵਾਈ ਜਿਹੜੀ ਉਹ ਕੀ ਪੈਂਦੀ ਹੈ ਜੀ। ਉਹ ਤਾਂ ਸ਼ੁਰੂ ਤੋਂ ਹੀ ਗਿੱਲ ਸਾਹਿਬ ਤੁਸੀਂ ਠੀਕ ਕਿਹਾ ਹੈਗਾ ਕਿ ਜੇ ਸੋਸ਼ਲ ਮੀਡੀਆ ਨਾ ਹੁੰਦਾ, ਜਿਹੜੀਆਂ ਵੀਡੀਓ ਹੈਗੀਆਂ ਜਿਨ੍ਹਾਂ ਦੇ ਵਿੱਚ ਨਿਹੱਥੇ ਤੇ ਨਿਰਦੋਸ਼ ਕਿਸਾਨਾਂ ਨੂੰ ਤੁਰੇ ਜਾਂਦੇ ਪਿੱਛੋਂ ਗੱਡੀਆਂ ਮਾਰ ਕੇ ਉਹਨਾਂ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਆ, ਜੇ ਉਹ ਵੀਡੀਓ ਵਾਇਰਲ ਨਾ ਹੁੰਦੀਆਂ ਤਾਂ ਇਹਨਾਂ ਨੇ ਤੇ ਇਹੋ ਹੀ ਕਿਹਾ ਸੀਗਾ ਜੀ ਇਹ ਮੁੰਡਾ ਉੱਥੇ ਹੈ ਹੀ ਨਹੀਂ ਸੀਗਾ ਜੀ, ਕੋਈ ਸਬੂਤ ਹੀ ਨਹੀਂਗਾ। ਫਿਰ ਉਸ ਤੋਂ ਬਾਅਦ ਜਿਹੜਾ ਸੁਪਰੀਮ ਕੋਰਟ ਨੇ ਸੂਓ ਮੋਟੋ ਲਿਆ ਨਾ ਗਿੱਲ ਸਾਹਿਬ, ਉਹ ਇੱਕ ਤਾਂ ਉਹ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਉਹ ਸਬੂਤ ਆ ਗਿਆ, ਦੂਜਾ ਲੋਕਾਂ ਦਾ ਬਹੁਤ ਜ਼ਿਆਦਾ ਦਬਾਅ ਹੋ ਗਿਆ। ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਉਧਰ ਨੂੰ ਧਾ ਕੇ ਤੁਰ ਪਏ ਔਰ ਜੋ ਉੱਥੇ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਨੇ, ਡੈਮੋਕ੍ਰੈਟਿਕ ਲੋਕਾਂ ਨੇ ਆਪਣੀ ਏਕਤਾ ਦਾ ਮੁਜ਼ਾਹਰਾ ਕੀਤਾ, ਉਹਦੇ ਕਰਕੇ ਸੂਓ ਮੋਟੋ ਸੁਪਰੀਮ ਕੋਰਟ ਨੂੰ ਲੈਣਾ ਪਿਆ। ਔਰ ਬਾਕੀ ਤੁਸੀਂ ਦੇਖੋ ਜਦੋਂ ਪੁਲਿਸ ਰਿਮਾਂਡ ਮਿਲਦੇ ਆ, ਪੁਲਿਸ ਕਿੱਦਾਂ ਉੱਥੇ ਵਿਹਾਰ ਕਰਦੀ ਹੈ ਦੋਸ਼ੀਆਂ ਨਾਲ। ਔਰ ਇਹਦੇ ਵਿੱਚ ਕੋਰਟ ਤੋਂ ਆਰਡਰ ਲੈ ਲਿਆ ਭਈ ਵਕੀਲ ਵੀ ਨਾਲ ਹੋਣਗੇ ਤਾਂ ਕਿ ਇਹਨਾਂ ਦੀ ਜਿਹੜੀ ਆ ਕੋਈ ਪੁੱਛਗਿੱਛ ਕਰਨ ਦੇ ਜਿਹੜੇ ਤਰੀਕੇ ਆ ਪੁਲਿਸ ਦੇ ਉਹ ਨਾ ਵਰਤੇ ਜਾ ਸਕਣ, ਤੇ ਜੇ ਉਹ ਨਾ ਵਰਤੇ ਜਾ ਸਕਣਗੇ ਤੇ ਇਹ ਹਾਰਡ ਕ੍ਰਿਮੀਨਲ ਨੇ, ਇਹਨਾਂ ਨੇ ਦੱਸਣਾ ਕੀ ਆ। ਸੋ ਇਹ ਇੱਕ ਸਮਝ ਲਓ ਵੀ ਖਾਨਾ ਪੂਰਤੀ ਵਾਲੀ ਗੱਲ ਭਾਵੇਂ ਹੋ ਰਹੀ ਆ, ਪਰ ਫਿਰ ਵੀ ਦਬਾਅ ਹੋਣ ਕਰਕੇ, ਜਨਤਕ ਦਬਾਅ ਹੋਣ ਕਰਕੇ ਉਹਦਾ ਕੁਝ ਨਾ ਕੁਝ ਅਸਰ ਵੀ ਜ਼ਰੂਰ ਦਿਖਾਈ ਦਿੰਦਾ ਹੈ ਜੀ। ਅੱਛਾ, ਹੁਣ ਜਿਹੜੀ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਨੇ ਉਹਦੇ ਬਾਰੇ ਵੀ ਥੋੜ੍ਹੀ ਬਹੁਤੀ ਗੱਲ ਕਰ ਲਈਏ। ਅੱਜ ਜਿਹੜਾ ਬੀਤਿਆ ਕੱਲ੍ਹ ਹੈ, ਭਾਰਤ ਵਾਲਾ ਲੰਘ ਗਿਆ, ਸਾਡਾ ਅੱਜ ਹੀ ਚੱਲ ਰਿਹਾ ਅਜੇ। ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਚਰਨਜੀਤ ਚੰਨੀ ਹਰੀ, ਉਹ ਸਾਬਕਾ ਮੁੱਖ ਮੰਤਰੀ ਨੂੰ ਉਹਨਾਂ ਦੇ ਘਰ ਜਾ ਕੇ ਮਿਲੇ ਨੇ। ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਵੀ ਹੁਣ ਨਵੇਂ ਸਿਰੇ ਤੋਂ ਨਵੇਂ ਸਮੀਕਰਨ ਬਣ ਰਹੇ ਨੇ, ਖਾਸ ਕਰਕੇ ਸਿੱਧੂ ਸਾਹਿਬ ਦੇ ਅਸਤੀਫੇ ਤੋਂ ਬਾਅਦ ਜਿਸ ਤਰੀਕੇ ਨਾਲ ਇਹ ਸਾਹਮਣੇ ਆਇਆ।
ਸਾਹਮਣੇ ਥੋੜਾ ਪਾਣੀ ਲੈ ਲਓ ਜੀ, ਥੋੜਾ ਨਾਲ, ਤੇ ਤੁਹਾਡਾ ਉਹ ਵੀ। ਕੋਈ ਨਹੀਂ, ਲੈ ਲਿਆ ਜੀ, ਲੈ ਲਿਆ। ਹਾਂਜੀ, ਤੇ ਜਿਸ ਤਰੀਕੇ ਨਾਲ ਨਵੇਂ ਸਮੀਕਰਨ ਬਣ ਰਹੇ ਨੇ, ਕਾਂਗਰਸ ਦੀ ਧੜੇਬੰਦੀ ਨਵੇਂ ਰੂਪ ਲੈ ਰਹੀ ਆ, ਇੱਕ ਧੜੇ ਤੋਂ 2, 2 ਤੋਂ 4, 4 ਤੋਂ 6 ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਤੇ ਇਸ ਚੀਜ਼ ਨੂੰ ਬੜਾ ਮਹੱਤਵਪੂਰਨ ਮੰਨਿਆ ਜਾ ਰਿਹਾ। ਚਰਨਜੀਤ ਚੰਨੀ ਹੋਰਾਂ ਦਾ ਅਮਰਿੰਦਰ ਸਿੰਘ ਨੂੰ ਮਿਲਣਾ, ਪ੍ਰਗਟ ਸਿੰਘ ਹੋਰਾਂ ਦਾ ਕੈਪਟਨ ਸਾਹਿਬ ਦੇ ਖਿਲਾਫ ਬਿਆਨ ਦੇਣਾ, ਕੈਪਟਨ ਸਾਹਿਬ ਦਾ ਪਲਟਵਾਰ ਕਰਨਾ, ਇਹ ਜਿਹੜੀ ਪੰਜਾਬ ਦੀ ਸਿਆਸਤ ਆ, ਜਿਹੜਾ ਬਹੁਤ ਥੋੜ੍ਹੇ ਜਿਹੇ ਦਿਨ ਮਿਲੇ ਇਹਨਾਂ ਨੂੰ ਕੰਮ ਕਰਨ ਦੇ, ਇਹ ਹੋਰ ਹੀ ਕੰਮਾਂ 'ਚ ਉਲਝ ਗਏ ਨੇ ਲੱਗਦੇ। ਕੋਈ ਕੰਮ ਤੇ ਕਰਕੇ ਦਿਖਾ ਨਹੀਂ ਸਕਣਾ ਲੱਗਦਾ ਇਹਨਾਂ, ਤੇ ਫਿਰ ਲੋਕਾਂ ਨਾਲ ਕਿਹੜੇ ਮੂੰਹ ਨਾਲ ਜਾਣਗੇ, ਜਿਹਦੇ ਕਰਕੇ ਇੰਨੀ ਵੱਡੀ ਤਬਦੀਲੀ ਕੀਤੀ ਗਈ। ਉਹਦਾ ਫਾਇਦਾ ਕੀ ਹੋਇਆ ਕਾਂਗਰਸ ਪਾਰਟੀ ਨੂੰ ਜਾਂ ਆਮ ਲੋਕਾਂ ਨੂੰ? ਦੇਖੋ ਗਿੱਲ ਸਾਹਿਬ, ਇਹ ਆ ਵੀ ਇਸ ਵੇਲੇ ਪੰਜਾਬ ਸਰਕਾਰ ਦੇ ਵਿੱਚ ਜੇ ਕੋਈ ਮੰਤਰੀ ਕੰਮ ਕਰ ਰਿਹਾ ਤੇ ਉਹ ਸਿਰਫ ਤੇ ਸਿਰਫ ਟਰਾਂਸਪੋਰਟ ਮਿਨਿਸਟਰ ਜਿਹੜਾ ਅਮਰਿੰਦਰ ਰਾਜਾ ਵੜਿੰਗ ਆ, ਉਹ ਕਰ ਰਿਹਾ ਹੈਗਾ ਜੋ ਕਰਨਾ ਚਾਹੀਦਾ। ਇਹ ਲੋਕਾਂ ਨੂੰ ਦਿਖਾਈ ਵੀ ਦਿੰਦਾ, ਔਰ ਉਹ ਬਿਲਕੁਲ ਵਾਜਬ ਤੌਰ ਦੇ ਉੱਤੇ ਕਰ ਰਿਹਾ ਹੈਗਾ ਕਿ ਜਿਹੜੀਆਂ ਬਿਨਾਂ ਪਰਮਿਟ ਤੋਂ ਬੱਸਾਂ ਚੱਲਦੀਆਂ ਜਾਂ ਉਹ ਹਨੇਰਗਰਦੀਆਂ ਟਰਾਂਸਪੋਰਟਰਾਂ ਨੇ ਮਚਾਈਆਂ ਸੀਗੀਆਂ, ਉਹਨਾਂ ਨੂੰ ਉਹ ਨੱਥ ਪਾਉਣ ਦਾ ਯਤਨ ਕਰ ਰਿਹਾ ਹੈਗਾ। ਬਾਕੀ ਆ ਜਿਹੜਾ ਅਮਰਿੰਦਰ ਸਿੰਘ ਕੋਲ ਜਾਣਾ ਹੈਗਾ ਚੰਨੀ ਹੋਰਾਂ ਦਾ, ਹੁਣ ਦੇਖੋ ਅਮਰਿੰਦਰ ਸਿੰਘ ਬਾਰੇ ਦੋ ਗੱਲਾਂ ਬੜੀਆਂ ਸਪਸ਼ਟ ਹੋ ਗਈਆਂ। ਨੰਬਰ 1 ਕਿ ਉਹ ਬੀਜੇਪੀ ਦਾ ਦੂਤ ਆ, ਬੀਜੇਪੀ ਦਾ ਉਹ ਮਤਲਬ ਨੁਮਾਇੰਦਾ ਸਮਝ ਲਓ। ਤੇ ਦੂਜੀ ਗੱਲ ਇਹ ਸਾਬਤ ਹੋ ਗਈ ਕਿ ਉਹ ਐਂਟੀ ਪੰਜਾਬ ਆ। ਹੁਣ 50 ਕਿਲੋਮੀਟਰ ਵਾਲੀ ਜਿਹੜੀ ਗੱਲ ਉਹਨੇ ਕੀਤੀ ਆ, ਜਾਂ ਉਹ ਰਾਸ਼ਟਰਵਾਦ ਕਰੀ ਜਾਂਦਾ ਹੈਗਾ, ਤੇ ਇੱਥੋਂ ਇਹ ਸਾਬਤ ਹੁੰਦਾ ਆ ਬਈ ਇਹਨੇ ਹੀ ਇਹ ਸਲਾਹ ਦਿੱਤੀ ਆ ਵੀ ਤੁਸੀਂ 50 ਕਿਲੋਮੀਟਰ ਤੱਕ ਇਹ ਜਿਹੜਾ ਨਾ ਏਰੀਆ ਉਹ ਮੰਨ ਲਓ ਸੈਂਟਰ ਦੇ ਅਧੀਨ ਕਰ ਲਓ। ਸੋ ਇਹ ਕਾਂਗਰਸ ਪਾਰਟੀ ਦੀ ਕੋਸ਼ਿਸ਼ ਹੈਗੀ ਆ ਬਈ ਉਹਨਾਂ ਨੂੰ ਪਤਿਊ ਕੇ ਨਾਲ ਰੱਖ ਲਓ, ਤੇ ਪਤਿਆ ਕੇ ਉਹਨੇ ਨਾਲ ਰਹਿਣਾ ਨਹੀਂਗਾ। ਜਦੋਂ ਇੱਕ ਵਾਰੀ ਗੰਢ ਪੈ ਜਾਂਦੀ ਹੈ ਨਾ ਗਿੱਲ ਸਾਹਿਬ, ਸਿਆਸਤ ਦੇ ਵਿੱਚ ਫਲੈਕਸੀਬਿਲਿਟੀ ਹੋਵੇ, ਜੋ ਮਰਜ਼ੀ ਹੋਵੇ, ਪਰ ਉਹ ਗੰਢ ਜਿਹੜੀ ਆ ਨਾ ਉਹ ਮਿਟਦੀ ਨਹੀਂ ਹੈ। ਨਾਲੇ ਹੁਣ ਇਹ ਕਲੀਅਰ ਹੋ ਗਿਆ, ਸਪਸ਼ਟ ਹੋ ਗਿਆ ਬਈ ਉਹ ਬੀਜੇਪੀ ਦਾ ਇੱਕ ਸਟੂਜ ਆ, ਕੇਂਦਰ ਸਰਕਾਰ ਦਾ ਇੱਕ ਸਮਝ ਲਓ ਵੀ ਉਹਦੇ ਵਿੱਚ ਉਹ ਏਜੰਟ ਦੀ ਭੂਮਿਕਾ ਨਿਭਾ ਰਿਹਾ। ਹਾਂ, ਉਹਨੂੰ ਤੁਸੀਂ ਜਸੂਸ ਵੀ ਕਹਿ ਸਕਦੇ ਹੋ। ਏਜੰਟ ਵੀ ਢੁਕਵਾਂ ਸ਼ਬਦ ਆ, ਕੇਂਦਰ ਦਾ ਏਜੰਟ ਦੇ ਤੌਰ ਤੇ ਪੰਜਾਬ ਚੋਂ ਵਿਚਰ ਰਿਹਾ। ਬਿਲਕੁਲ 4.5 ਸਾਲ ਤੋਂ ਹੀ ਕੇਂਦਰ ਦੇ ਏਜੰਟ ਦੇ ਤੌਰ ਤੇ ਭੁਗਤ ਰਹੇ, ਤਾਂ ਹੀ ਪੰਜਾਬ ਦਾ ਕੋਈ ਸੌਰ ਨਹੀਂ ਸਕਿਆ ਇਸ ਸਮੇਂ ਦੇ ਦੌਰਾਨ, ਔਰ ਇਹਦਾ ਖਮਿਆਜਾ ਨੂੰ ਭੁਗਤਣਾ ਪਿਆ। ਤੇ ਇਹ ਹੁਣ ਜ਼ਿਆਦਾ ਸਪਸ਼ਟ ਹੋ ਗਿਆ ਨਾ, ਜਦੋਂ ਉਹ ਅੱਗੇ ਤਾਂ ਲੁਕਵੇਂ ਤੌਰ ਤੇ ਸੀਗਾ, ਕਈਆਂ ਨੂੰ ਪਤਾ ਲੱਗਦਾ ਸੀ, ਕਈਆਂ ਨੂੰ ਪਤਾ ਨਹੀਂ ਲੱਗਦਾ, ਹੁਣ ਤਾਂ ਸਪਸ਼ਟ ਹੋ ਗਿਆ ਨਾ। ਸੋ ਇਸ ਕਰਕੇ ਉਹਦੇ ਮਨ ਦੇ ਵਿੱਚ ਕੀ ਚੱਲਦਾ ਕੀ ਨਹੀਂ ਚੱਲਦਾ, ਉਹ ਹੁਣ ਬਿਲਕੁਲ ਕਾਂਗਰਸ ਦੇ ਹੱਕ ਦੇ ਵਿੱਚ ਕੁਝ ਕਰਨ ਦੇ ਕਾਬਿਲ ਨਹੀਂ ਰਿਹਾ। ਤੇ ਪ੍ਰਗਟ ਸਿੰਘ ਹੁਣੀ ਠੀਕ ਕਹਿੰਦੇ ਆ ਵੀ ਇਹਦੀਆਂ ਹੀ ਇਹ ਕਰਤੂਤਾਂ ਆ ਜਿਹੜੇ ਪੰਜਾਬ ਨੂੰ ਖਮਿਆਜਾ ਭੁਗਤਣਾ ਪੈ ਰਿਹਾ। ਤੇ ਇਹਦੇ ਚੋਂ ਬਿਲਕੁਲ ਤੁਸੀਂ ਠੀਕ ਕਹਿੰਦੇ ਆ ਬਈ ਕੋਈ ਕੰਮ ਕਰਨੇ ਚਾਹੀਦੇ ਆ ਜਿਹਦੇ ਨਾਲ ਇਹਨਾਂ ਦੀ ਕੋਈ ਸਾਖ ਬਣੇ, ਜਿੱਦਾਂ ਰਾਜਾ ਵੜਿੰਗ ਕਰ ਰਿਹਾ ਹੈਗਾ, ਇੱਦਾਂ ਸਾਰੇ ਮੰਤਰੀ ਆਪਣੇ ਆਪਣੇ ਮਹਿਕਮਿਆਂ ਦੇ ਵਿੱਚ ਇੱਦਾਂ ਦੀ ਕਾਰਵਾਈ ਕਰਨ, ਤੇ ਤਾਂ ਕਿ ਇਹ ਜਿਹੜੇ ਲੋਕ ਹੈਗੇ ਆ ਉਹਨਾਂ ਵਿੱਚ ਜਾਣ ਤੇ ਇਹਨਾਂ ਦੀ ਕੋਈ ਸਾਖ ਬਣੇ, ਤੇ 2022 ਦੀਆਂ ਚੋਣਾਂ ਦੇ ਵਿੱਚ ਮੂੰਹ ਦਿਖਾਉਣ ਜੋਗੇ ਹੋਣ। ਪਰ ਮੈਨੂੰ ਲੱਗਦਾ ਇਹ ਆ ਵੀ ਜਿਸ ਕਦਰ ਇਹਨਾਂ ਦੇ ਵਖਰੇਵੇਂ ਪੈ ਗਏ ਆ, ਹਰ ਰੋਜ਼ ਕੋਈ ਨਾ ਕੋਈ ਨਵਾਂ ਗਰੁੱਪ ਬਣਦਾ ਜਾਂਦਾ। ਜਿੰਨੇ ਜਿੱਦਾਂ ਕਹਿੰਦੇ ਹੁੰਦੇ ਸੀ ਇਹ ਬਈਏ, ਜਿੰਨੇ ਬਈਏ ਉਹਨੇ ਚੁੱਲ੍ਹੇ, ਇਹ ਵੀ ਜਿੰਨੇ ਲੀਡਰ ਆ ਉਨੇ ਹੀ ਇਹਨਾਂ ਦੇ ਗਰੁੱਪ, ਤੇ ਹਰ ਰੋਜ਼ ਕੋਈ ਨਾ ਕੋਈ ਗਰੁੱਪਬਾਜੀ ਜਿਹੜੀ ਆ ਉਹ ਨਵੀਂ ਨਿਕਲਦੀ ਆਉਂਦੀ ਆ। ਸੋ ਇਸ ਕਰਕੇ ਮੈਨੂੰ ਲੱਗਦਾ ਇਹ ਆ ਵੀ ਇਹਨਾਂ ਨੇ ਬੀਤੇ ਤੋਂ ਕੋਈ ਸਬਕ ਨਹੀਂ ਸਿੱਖਿਆ, ਤੇ ਇਹ ਬਾਂਦਰ ਵਾਲਾ ਇਹਨਾਂ ਦਾ ਹਿਸਾਬ ਹੈਗਾ। ਉਹ ਬਿਜੜੇ ਦਾ ਆਲਣਾ ਸੀ ਨਾ, ਤੇ ਉਹ ਕਹਿੰਦਾ ਵੀ ਜੇ ਮੇਰਾ ਆਲਣਾ ਹੈ ਨਹੀਂ ਤੇ ਰਹਿਣ ਮੈਂ ਤੇਰਾ ਵੀ ਨਹੀਂ ਦੇਣਾ। ਸੋ ਇਹ ਇਸ ਕਿਸਮ ਦੀ ਅਪਰੋਚ ਜਿਹੜੀ ਆ ਮੈਨੂੰ ਲੱਗਦਾ ਅਮਰਿੰਦਰ ਸਿੰਘ ਹੁਣਾਂ ਦੀ ਆ, ਤੇ ਕਾਂਗਰਸ ਪਾਰਟੀ ਨੂੰ ਇਹਦੇ ਚੋਂ ਕੋਈ ਫਾਇਦਾ ਹੋਣ ਵਾਲਾ ਨਹੀਂ। ਅੱਛਾ, ਨਵਜੋਤ ਸਿੰਘ ਸਿੱਧੂ ਦਾ ਜਿਹੜਾ ਐਟੀਟਿਊਡ ਆਪਾਂ ਨੂੰ ਦਿਖ ਰਿਹਾ ਸੀ, ਕੁਝ ਚਿਰ ਤੋਂ ਆਪਾਂ ਮਹਿਸੂਸ ਕਰ ਰਹੇ ਸੀ ਕਿ ਉਹ ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦੇਣ ਲਈ ਖੜਾ ਹੈ, ਤੇ ਜਿਹੜੇ ਕੁਝ ਸਲਾਹਕਾਰ ਸੀ ਉਹਨਾਂ ਨੇ ਵੀ ਉਹਨੂੰ ਕੁਝ ਸਲਾਹਾਂ ਦਿੱਤੀਆਂ ਹੋਣਗੀਆਂ, ਗਰਗ ਸਾਹਿਬ ਤੇ ਮਾਲੀ ਰਹੀ। ਹੁਣ ਮਾਲੀ ਹੋਰਾਂ ਦੇ ਲਗਾਤਾਰ ਸੋਸ਼ਲ ਮੀਡੀਆ ਤੇ ਚੰਨੀ ਹੋਰਾਂ ਦੇ ਖਿਲਾਫ ਬੜੇ ਸਖਤ ਬਿਆਨ ਆ ਰਹੇ ਆ, ਬੜੀ ਚੰਨੀ ਹੋਰਾਂ ਦੀ ਉਹ ਬੜੀ ਨਿੰਦਾ ਕਰ ਰਹੇ ਆ ਮਾਲੀ ਸਾਹਿਬ। ਹਾਲਾਂਕਿ ਜਿਹੜੇ ਆ ਨਵਜੋਤ ਸਿੱਧੂ ਰਹੀ ਉਹ ਬੋਲੇ ਕੁਝ ਨਹੀਂ। ਇੱਕ ਬਿਆਨ ਉਹਨਾਂ ਦਾ ਜ਼ਰੂਰ ਆਇਆ ਜਿੱਦਣ ਉਹ ਲਖੀਮਪੁਰ ਖੀਰੀ ਵੱਲ ਨੂੰ ਚੱਲੇ, ਤੇ ਉਹਨਾਂ ਦੀ ਭਾਵਨਾਵਾਂ ਲੋਕਾਂ ਨੂੰ ਦਿਖ ਪਈਆਂ ਵੀ ਉਹ ਚੰਨੀ ਬਾਰੇ ਸੋਚ ਕੀ ਰਹੇ ਆ।
ਤੇ ਉਹਨਾਂ ਦਾ ਬਾਅਦ ਚ ਜਿਹੜੀ ਬਾਡੀ ਲੈਂਗੁਏਜ ਤੇ ਪਲੱਸ ਉਹਨਾਂ ਦੇ ਸ਼ਾਦੀ 'ਚ ਨਾ ਜਾਣਾ, ਮਤਲਬ ਇਹੋ ਜਿਹੇ ਮੌਕਿਆਂ ਤੇ ਕਈ ਵਾਰ ਸਿਆਸਤ ਦੀ ਮੰਗ ਹੁੰਦੀ ਆ ਕਿ ਰਸਮੀ ਤੌਰ ਤੇ ਭਾਵੇਂ ਕਿਤੇ ਗੁਰਦੁਆਰੇ ਜਾ ਕੇ 2 ਮਿੰਟ ਹਾਜ਼ਰੀ ਲਵਾ ਲਿਆਉਂਦੇ, ਪਰ ਜਿਸ ਤਰੀਕੇ ਨਾਲ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਨਵਜੋਤ ਸਿੱਧੂ ਹੋਰਾਂ ਦਾ, ਉਹ ਵੀ ਕਿਤੇ ਨਾ ਕਿਤੇ ਲੋਕੀ ਉਹਦੇ ਤੇ ਕ੍ਰਿਟਿਸਿਜ਼ਮ ਜਿਹੜਾ ਉਹਦਾ ਹੋ ਰਿਹਾ। ਤੇ ਹੁਣ ਉਹ ਦਿੱਲੀ ਤੋਂ ਵਾਪਸ ਮੁੜੇ ਆ ਜੀ। ਕਿਹਾ ਜਾ ਰਿਹਾ ਕਿ ਉਹ ਪ੍ਰਧਾਨ ਬਰਕਰਾਰ ਰਹਿਣਗੇ। ਉਹਨਾਂ ਨੂੰ ਕਿਹਾ ਗਿਆ ਕਿ ਕਾਂਗਰਸ ਦੀ ਸਾਖ ਸੁਧਾਰਨ ਲਈ ਜਾ ਕੇ ਕੰਮ ਕਰੋ, ਤੇ ਉਹ ਕਰਨ ਨੂੰ ਤਿਆਰ ਹੋ ਗਏ। ਉਹਨਾਂ ਕਿਹਾ ਕਿ ਮੈਂ ਉਸੇ ਤਨਖਾਹ ਤੇ ਕੰਮ ਕਰਨ ਨੂੰ ਤਿਆਰ ਹਾਂ। ਤਨਖਾਹ ਤੇ ਕੰਮ ਕਰਨ ਨੂੰ ਤਿਆਰ ਹੈ, ਪਰ ਕਾਰਕਰਦਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੀ ਜਾਊਗੀ ਨਾ ਬਈ ਹੁਣ ਉਹ ਆਣ ਕੇ ਕਰਦੇ ਕੀ ਆ। ਉਹਨੂੰ ਕਹਿ ਕੇ ਤੇ ਭੇਜ ਦਿੱਤਾ ਹੈਗਾ, ਤੇ ਜਿੱਦਾਂ ਦਾ ਵਿਹਾਰ ਨਵਜੋਤ ਸਿੰਘ ਸਿੱਧੂ ਦਾ ਰਿਹਾ ਹੈਗਾ, ਉਹਦੇ ਤੋਂ ਵੇਖੋ ਹੁਣ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰਦੇ ਆ। ਪਰ ਬਹੁਤੀ ਉਮੀਦ ਇਹੋ ਹੀ ਆ ਬਈ ਸਵਾਰਨਗੇ ਥੋੜਾ ਤੇ ਵਿਗਾੜਨਗੇ ਜ਼ਿਆਦਾ ਜੀ। ਅੱਛਾ, ਇੱਕ ਖਬਰ ਇਹ ਵੀ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਬੇਟੀ ਆ ਰਾਬੀਆ ਸਿੱਧੂ, ਉਹ ਕਾਫੀ ਸਰਗਰਮ ਨਜ਼ਰ ਆ ਰਹੀ ਆ। ਸ਼ਾਇਦ ਉਹ ਵੀ ਸਿਆਸਤ ਵਿੱਚ ਕੁੱਦਣ ਲਈ ਥੋੜਾ ਜਿਹਾ ਪਰ ਤੋਲ ਰਹੇ ਨੇ, ਕਿਹਾ ਜਾ ਰਿਹਾ। ਇੱਕ ਖਬਰ ਇਹ ਆ ਰਹੀ ਆ ਕਿ ਕੈਪਟਨ ਦੇ ਖਿਲਾਫ ਇੱਕ ਬੜੀ ਪਾਪੂਲਰ ਹੋਈ ਜੀ ਜਸਲੀਨ ਨਾਂ ਦੀ, ਉਹ ਟਰਾਂਸਜੈਂਡਰ ਹੈ, ਉਹਨੇ ਐਲਾਨ ਕਰ ਦਿੱਤਾ ਕਿ ਕੈਪਟਨ ਜਿੱਥੋਂ ਵੀ ਖੜਾ ਹੋਊਗਾ ਮੈਂ ਉਹਦੇ ਮੁਕਾਬਲੇ ਖੜੀ ਹੋਵਾਂਗੀ। ਇੱਕ ਖਬਰ ਆ ਰਹੀ ਆ ਕਿ 6 IAS ਅਫਸਰਾਂ ਸਮੇਤ 11 ਪੰਜਾਬ ਦੇ ਅਫਸਰ ਜਿਹੜੇ ਆ ਉਹ ਬਦਲੇ ਗਏ ਨੇ, ਤੇ DGP ਚਟੋਪਾਧਿਆਏ ਜਿਹੜੇ ਨੇ ਉਹਨਾਂ ਨੂੰ ਵਿਜੀਲੈਂਸ ਬਿਊਰੋ ਦਾ ਚੀਫ ਲਾ ਦਿੱਤਾ ਗਿਆ। ਇੱਕ ਚੰਗੀ ਖਬਰ ਇਹ ਵੀ ਨਜ਼ਰ ਆ ਰਹੀ ਆ। ਇਹ ਸਾਰੀਆਂ ਖਬਰਾਂ ਤੇ ਇੱਕ ਅੱਧੇ ਮਿੰਟ 'ਚ ਕੋਈ ਗੱਲ ਆਪਾਂ ਕਰ ਸਕਦੇ ਹੋਈਏ ਤਾਂ ਜਿਹੜੀ ਤਾਂ ਗੱਲ ਜਿਹੜੀ ਹੈ ਨਾ ਚਟੋਪਾਧਿਆਏ ਨੂੰ ਜਿਹੜਾ ਵਿਭਾਗ ਹੋਰ ਦਿੱਤੇ ਆ, ਇਹ ਬੜੀ ਚੰਗੀ ਗੱਲ ਹੈਗੀ ਆ, ਕਿਉਂਕਿ ਚਟੋਪਾਧਿਆਏ ਇੱਕ ਬੜੇ ਚੰਗੇ ਅਕਸ ਵਾਲੇ ਪੁਲਿਸ ਅਫਸਰ ਨੇ। ਤੇ ਜਿਹੜੀ ਗੱਲ ਹੈਗੀ ਆ ਬਈ ਰਾਬੀਆ ਸਿੱਧੂ ਜਿਹੜੀ ਉਹ ਪਰ ਤੋਲ ਰਹੀ ਆ, ਉਹ ਆਪ ਨਹੀਂ ਪਰ ਤੋਲਦੀ ਹੋਣੀ, ਉਹਦੇ ਮਾਂ ਪਿਓ ਜਿਹੜੇ ਆ ਨਾ ਉਹ ਉਹਨੂੰ ਤਿਆਰ ਕਰਦੇ ਹੋਣੇ ਆ, ਬਈ ਖੰਭਾਂ 'ਚ ਜਾਨ ਪਾਉਂਦੇ ਹੋਣੇ ਆ ਵੀ ਤੂੰ ਵੀ ਜੇ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਜਿਹੜਾ ਉਹ ਸਿਆਸਤ 'ਚ ਆ ਸਕਦਾ, ਹੋਰ ਸਾਰੇ ਜਿਹੜੇ ਆ ਪਰਿਵਾਰਵਾਦ ਹੋਗਾ, ਤੇ ਅਸੀਂ ਪਰਿਵਾਰਵਾਦ ਤੋਂ ਲਾਂਭੇ ਕਿਉਂ ਰਹੀਏ। ਸੋ ਇਹ ਪੋਸੀਬਿਲਿਟੀ ਆ ਕਿ ਉਹ ਅਗਲੀ ਜਨਰੇਸ਼ਨ ਜਿਹੜੀ ਆ ਉਹ ਆਪਣੀ ਤਿਆਰ ਕਰਦੇ ਹੋਣਗੇ। ਤੇ ਜਿਹੜੀ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਇੱਕ ਟਰਾਂਸਜੈਂਡਰ ਨੇ ਕੀਤਾ ਹੈਗਾ ਚੋਣ ਲੜਨ ਦਾ ਐਲਾਨ, ਇਹ ਤਾਂ ਬਹੁਤ ਅਮਰਿੰਦਰ ਸਿੰਘ ਹੋਰਾਂ ਲਈ ਬੜੀ ਨਮੋਸ਼ੀ ਵਾਲੀ ਗੱਲ ਆ। ਭਈ ਅਮਰਿੰਦਰ ਸਿੰਘ ਹੋਣੀ ਜਿੱਥੇ ਤਾਂ ਇਹ ਕਹਿੰਦੇ ਸੀ ਵੀ ਸਿੱਧੂ ਜਿੱਥੋਂ ਮਰਜ਼ੀ ਖੜਾ ਹੋਵੇ, ਜਿਹੜੀ ਪਾਰਟੀ ਵੱਲੋਂ ਮਰਜ਼ੀ ਖੜਾ ਹੋਵੇ, ਮੈਂ ਇਹਨੂੰ ਉੱਗਣ ਨਹੀਂ ਦੇਣਾ, ਮੈਂ ਇਹਨੂੰ ਜਿੱਤਣ ਨਹੀਂ ਦੇਣਾ। ਤੇ ਉਹ ਲਲਕਾਰਾ ਮਾਰ ਕੇ ਟਰਾਂਸਜੈਂਡਰ ਜਿਹੜੀ ਬੀਬੀ ਆ ਉਹ ਆਣ ਖੜੀ ਆ ਵੀ ਤੂੰ ਲੋਕਾਂ ਨੂੰ ਹਰਾਉਂਦਾ ਫਿਰਨਾ, ਤੈਨੂੰ ਮੈਂ ਹਰਾਵਾਂਗੀ। ਸੋ ਇਹ ਭਾਵੇਂ ਇਹਨੂੰ ਲਾਈਟਰ ਵੇਨ ਦੇ ਵਿੱਚ ਹੀ ਲਿਆ ਜਾਵੇ, ਪਰ ਇਹ ਸੱਚਾਈ ਵੀ ਜਿਹੜੀ ਆ ਉਹ ਹੋ ਸਕਦੀ ਆ। ਤੇ ਬਾਕੀ ਇਹ ਆ ਵੀ ਜਿਹੜੀ ਰਵਾਇਤ ਦੂਜੀਆਂ ਪਾਰਟੀਆਂ ਨੇ ਪੈਦਾ ਕੀਤੀ ਆ ਕਿ ਆਪਣੇ ਬੱਚਿਆਂ ਨੂੰ ਸਿਆਸਤ 'ਚ ਲਿਆਓ, ਆਪਣੇ ਵਾਰਸ ਬਣਾਓ, ਤੇ ਉਹ ਰਾਬੀਆ ਸਿੱਧੂ ਵੀ ਜਿਹੜੀ ਆ ਉਹ ਬਿਲਕੁਲ। ਕਾਲੋ ਸਾਹਿਬ ਤੁਸੀਂ ਸੰਕੋਚ ਕਰਕੇ, ਵੈਸੇ ਉਹ ਰੇਸਿਸਟ ਜਿਹਾ ਹੋ ਜਾਣਾ ਸੀ ਕਮੈਂਟ ਕਿ ਇੱਕ ਐਸਾ ਵਿਅਕਤੀ ਜਿਹੜਾ ਆਪਣੇ ਆਪ ਨੂੰ ਮਾਲਕ ਸਮਝਦਾ ਪੰਜਾਬ ਦਾ, ਹੁਣ ਇੱਕ ਹਿਜੜੇ ਦੇ ਸਾਹਮਣੇ ਹਿਜੜਾ ਹੋਇਆ ਖੜਾ। ਬਿਲਕੁਲ ਕਹਿਣਾ ਤਾਂ ਮੈਂ ਇਹੋ ਚਾਹੁੰਦਾ ਸੀਗਾ, ਪਰ ਮੈਂ ਉਹ ਕਿਹਾ ਤੁਸੀਂ ਸੰਕੋਚ ਕਰ ਗਏ ਹੋ। ਮੈਂ ਇਹ ਗੱਲ ਕਹਿ ਦੇਵਾਂ ਕਿ ਸ਼ਾਇਦ ਲੱਗਦਾ ਹੈ ਕਿ ਉਹਦੀ ਔਕਾਤ ਹੁਣ ਪੰਜਾਬੀਆਂ ਨੇ ਜਾਂ ਹਾਲਾਤ ਨੇ ਦਿਖਾ ਦਿੱਤੀ ਕਿ ਉਹਦੀ ਔਕਾਤ ਕਿੰਨੀ ਕੁ ਰਹਿ ਗਈ, ਜਿਹਦੇ ਔਰੇ ਦੀਆਂ ਅਸੀਂ ਗੱਲਾਂ 2 ਮਹੀਨੇ ਪਹਿਲਾਂ ਕਰਦੇ ਹੁੰਦੇ ਸੀਗੇ ਕਿ ਉਹਦਾ ਔਰਾ ਇਸ ਤਰ੍ਹਾਂ ਦਾ। ਸੋ ਸਮਾਂ ਆਪਣਾ ਹੋ ਗਿਆ ਕਾਲੋ ਸਾਹਿਬ, ਤੇ ਦੁਬਾਰਾ ਮਿਲਦੇ ਆ ਜੀ ਦੋਸਤਾਂ ਨਾਲ, ਫਿਰ ਗੱਲਬਾਤ ਕਰਾਂਗੇ ਕੱਲ ਦੇ ਪ੍ਰੋਗਰਾਮ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਛਾਣ ਕਰਕੇ ਉਸ ਦੀ ਤਹਿ ਤੱਕ ਪਹੁੰਚਦਾ